आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम, ए रंग एफएम, तुसी सुन रहे हो रंग एफएम। खुश शामदीद दोस्तों, मैं ਤੁਹਾਡੀ ਦੋਸਤ ਦੀਪ ਸੰਧੂ ਤੇ ਮੇਰੇ ਨਾਲ ਮੇਰੇ ਕੋ-ਹੋਸਟ ਰਣਜੀਤ ਸਵੀ। ਬੋਲੋ ਜੀਤ ਸਵੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਤੋ ਦੋਸਤੋ, ਮੇਰਾ ਖਿਆਲ ਕਾਫੀ ਦਿਨ ਹੋ ਗਏ ਨੇ ਸਾਨੂੰ ਆਪਸ 'ਚ ਗੱਲਬਾਤ ਕੀਤਿਆਂ। ਕੁਛ ਹੋ ਹੀ ਜਾ ਰਿਹਾ ਸੀ, ਜਾਂ ਕਦੇ ਇਲੈਕਸ਼ਨ ਦੇ ਦਿਨ ਸੀ ਜਾਂ ਕੁਛ ਵੀ ਹੈ ਨਾ, ਹੋਰ ਪ੍ਰੋਗਰਾਮ ਆਪਾਂ ਦੇ ਰਹੇ ਸੀ। ਤੋ ਇਹ ਪ੍ਰੋਗਰਾਮ ਇੱਕ ਵਾਰੀ ਵਿੱਚ ਨੂੰ ਮਿਸ ਹੋ ਗਿਆ। ਤੇ ਇੱਕ ਜਿਹੜੀ ਵੱਡੀ ਗੱਲ ਸੀ ਸਵੀ ਜੀ, ਉਹ ਇਹ ਸੀ ਕਿ ਬਹੁਤ ਹੀ ਪਿਆਰੇ ਸਾਡੇ ਅੱਜ ਦੇ ਆਈਕੋਨ, ਨੌਜਵਾਨਾਂ ਦੇ ਆਈਕੋਨ ਇਨਸਾਨ ਦੀਪ ਸਿੱਧੂ ਮੌਤ। ਉਹਨੇ ਆਈ ਥਿੰਕ ਦੇਖੋ ਸਭ ਨੂੰ, ਦੁਨੀਆ ਨੂੰ ਹਿਲਾ ਕੇ ਰੱਖਤਾ ਉਹਦੀ ਮੌਤ ਨੇ। ਕਿਉਂ ਦੱਸ ਸਕਦੇ ਹੋ ਕਿਉਂ ਹਿਲਾ ਕੇ ਰੱਖਤਾ? ਆਪਾਂ ਸਭ ਨੂੰ ਹੀ ਪਤਾ ਹੈ, ਬਹੁਤ ਇਮੋਸ਼ਨਲੀ ਉਸ ਨਾਲ ਅਟੈਚ ਹੋ ਚੁੱਕੇ ਹੈ, ਹਨਾ। ਕਿੰਨੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਮੀਡੀਆ ਦੇ ਵਿੱਚ, ਆਲਮੋਸਟ ਸਾਰੀ ਦੁਨੀਆ ਜਾਣਦੀ ਹੀ ਹੈ। ਨਹੀਂ, ਪਰ ਕਿਉਂ ਆਪਾਂ ਜੁੜ ਗਏ ਸੀ? ਕਿਉਂ ਉਹਦੇ ਫਿਲਾਸਫੀ ਦੇ ਨਾਲ, ਜੋ ਫਿਲਾਸਫੀਕਲ ਗੱਲਾਂ ਕਰਦਾ ਸੀ, ਇੰਨਾ ਪੜ੍ਹਿਆ ਲਿਖਿਆ ਮੁੰਡਾ, ਸਕਸੈਸਫੁਲ, ਪਰ ਜਿਸ ਸਾਦਗੀ 'ਚ ਆ ਕੇ ਉਹਨੇ ਆਪਣੇ ਲੋਕਾਂ ਦਾ ਸਾਥ ਦਿੱਤਾ ਤੇ ਯੂਥ ਨੂੰ ਚੰਗੀਆਂ ਗੱਲਾਂ ਲਈ, ਚੰਗੇ ਲਈ ਪ੍ਰੇਰਿਆ ਕਿ ਕਿਵੇਂ ਕਿਸੇ ਚੀਜ਼ ਨੂੰ ਪ੍ਰਾਪਤ ਕਰੀਦਾ ਹੁੰਦਾ ਹੈ। ਬਿਲਕੁਲ ਸੱਚਾਈ ਦੇ ਰਾਹ ਤੇ ਚੱਲ ਕੇ, ਜਾਂ ਫਿਰ ਤਰੀਕੇ ਦੇ ਨਾਲ, ਤਮੀਜ਼ ਨਾਲ, ਕਿ ਆਪਣੇ ਨਾ ਹੀ ਆਪਣੇ ਸੂਬੇ ਦੀ ਬੇਇੱਜ਼ਤੀ ਹੋਵੇ ਤੇ ਨਾ ਹੀ ਆਪਣੇ ਲੋਕਾਂ ਦੀ, ਤੇ ਹੋਰ ਕਿੰਨਾ ਕੁਝ। ਇਹ ਗੱਲਾਂ ਜਦੋਂ ਆਪਣੇ ਬੱਚੇ ਜਾਂ ਕੋਈ ਆਪਣੇ ਨਾਲ ਜੁੜੇ ਲੋਕ ਕਰਦੇ ਨੇ ਤਾਂ ਆਪਾਂ ਨੂੰ ਫਖਰ ਮਹਿਸੂਸ ਹੁੰਦਾ ਹੈ। ਤੇ ਹੁਣ ਇਹ ਸਾਰਿਆਂ ਦਾ, ਕਿਸੇ ਦਾ ਪੁੱਤ ਲੱਗਦਾ ਹੈ, ਕੋਈ ਉਹਨੂੰ ਪੁੱਤ ਕਿਆਸ ਰਿਹਾ, ਕੋਈ ਭਾਈ ਕਿਆਸ ਰਿਹਾ, ਕੋਈ ਕਿਸੇ ਰਿਸ਼ਤੇ 'ਚ ਕਿਆਸ ਰਿਹਾ। ਸੋ ਬਹੁਤ ਉਹ ਘੱਟ ਹੁੰਦੇ ਨੇ ਉਹ ਲੋਕ ਜੋ ਦੁਨੀਆ ਲਈ ਬਿਨਾਂ ਮੁਫਾਦ ਕਰਦੇ ਨੇ। ਆਪਣੀ ਸੁੱਖ ਸੁਵਿਧਾਵਾਂ, ਆਪਣੀ ਜੌਬ ਜੋ ਉਹ ਕਰਦਾ ਸੀ, ਕਰੋੜਾਂ ਰੁਪਇਆ ਕਮਾ ਰਿਹਾ ਸੀ, ਅੱਜ ਉਹ ਤਾਂ ਆਈਕੋਨ ਆਪਾਂ ਉਹਨੂੰ ਕਹਿ ਰਹੇ ਹਾਂ, ਅੱਜ ਉਹਨੂੰ ਤਾਂ ਐਡਮਾਇਰ ਕਰ ਰਹੇ ਹਾਂ ਕਿ ਉਹਨੇ ਆਪਣੇ ਸੁੱਖ ਤਿਆਗ ਕੇ, ਉਹੀ ਰੜੇ ਮੈਦਾਨਾਂ 'ਤੇ ਪੈ ਕੇ ਹੀ, ਨਾਲ ਲੱਗ ਕੇ ਹੀ, ਫਿਰ ਵੀ ਜਦੋਂ ਕਿ ਉੱਥੋਂ ਲੋਕਾਂ ਨੇ ਉਹਨੂੰ ਪਹਿਚਾਣਿਆ ਵੀ ਨਹੀਂ। ਕੁਛ ਇੱਕ ਜਿਹੜੇ ਕੱਟੜਪੰਥੀ ਜਾਂ ਕੁਛ ਵੀ ਕਹਿ ਲਓ, ਮੈਂ ਹੁਣ ਕਹਿਣਾ ਨਹੀਂ ਚਾਹਾਂਗੀ, ਗੁੱਸਾ ਤਾਂ ਬਹੁਤ ਹੈ ਮਨ ਦੇ ਵਿੱਚ, ਬਿਲਕੁਲ ਸਹੀ, ਉਹਨੂੰ ਦੁਰਕਾਰਿਆ ਵੀ, ਉਹਨੂੰ ਕਿਹਾ। ਪਰ ਉਹੀ ਮਾੜੀ ਗੱਲ ਕਿ ਸਾਡੇ ਲੋਕਾਂ ਦੇ ਵਿੱਚ ਕਦਰ ਕਰਨ ਦਾ ਜਜ਼ਬਾ ਨਹੀਂ। ਜਦੋਂ ਬੰਦਾ ਮਰ ਜਾਂਦਾ ਤਾਂ ਉਹੀ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ, ਤੇ ਜਦੋਂ ਜਿਉਂਦਾ ਹੁੰਦਾ ਉਹਦੇ ਰਾਹ ਤੇ, ਉਹਦੇ ਦੱਸੇ ਰਾਹਾਂ ਤੇ ਕੋਈ ਨਹੀਂ ਚੱਲਦਾ, ਫਿਰ ਸਾਰੀ ਜ਼ਿੰਦਗੀ ਦੀਆਂ ਕਸਮਾਂ ਖਾਂਦੇ ਨੇ। ਕਿੰਨੀ ਤਰਾਸਦੀ ਹੈ ਨਾ ਰਣਜੀਤ ਸਵੀ, ਹੈ ਨਾ। ਬਿਲਕੁਲ ਦੀਪ ਸਿੱਧੂ ਦੀ ਦੇਖੋ, ਇੱਕ ਨੌਜਵਾਨ ਨੇ ਆਪਣਾ ਬਿਲਕੁਲ ਐਗਜ਼ਾਮਪਲ ਸੈੱਟ ਕੀਤੀ, ਬੜੇ ਸੰਭਾਲੀ ਦੇ ਤੌਰ ਤੇ ਆਪਣੇ ਚੀਜ਼ਾਂ ਉਹਨੇ ਸਮਝਾਈਆਂ ਬੜੇ ਸੌਖੇ ਤਰੀਕੇ ਨਾਲ, ਜਿਹੜੀਆਂ ਲੋਕਾਂ ਨੂੰ ਸਮਝ ਵੀ ਆ ਰਹੀਆਂ ਸੀ। ਤੇ ਸਾਹਮਣੇ ਹੀ ਹੈ ਕਿ ਬੜਾ ਹਾਦਸਾ ਹੋ ਚੁੱਕਿਆ ਹੈਗਾ, ਤੇ ਕੋਈ ਕਹਿੰਦਾ ਕਿ ਨਾਰਮਲ ਇਸ ਦਾ ਐਸਾ ਕੁਝ ਹੋਇਆ ਹੈ, ਕੋਈ ਕਹਿੰਦਾ ਕਿ ਵਾਕਈ ਇਹ ਸਾਜ਼ਿਸ਼ ਹੈ, ਕੋਈ ਕਹਿੰਦਾ ਵੀ ਕੁਛ ਨਾ ਕੁਛ ਤਾਂ ਹੋਇਆ ਵੀ। ਹੁਣ ਦੇਖੋ ਸਾਰੀ ਚੀਜ਼ਾਂ ਸਾਹਮਣੇ ਆਈਆਂ ਹੈਗੀਆਂ, ਤੇ ਬਈ ਨਵਾਂ ਆ ਰਿਹਾ ਮੀਡੀਆ ਦੇ ਥਰੂ ਆਪਣੇ ਸਾਹਮਣੇ ਆ ਰਿਹਾ, ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਹੁਣ ਇਹ ਵੀ ਨਹੀਂ ਸਮਝ ਪਾ ਰਹੇ ਕਿ ਵਾਕਈ ਇਹ ਕੋਈ ਨੈਚੁਰਲੀ ਤਰੀਕੇ ਨਾਲ ਵੀ ਇਸ ਤਰ੍ਹਾਂ ਦਾ ਹੋਇਆ, ਐਕਸੀਡੈਂਟ ਹੋਇਆ, ਜਾਂ ਫਿਰ ਕੋਈ ਤਰੀਕੇ ਨਾਲ ਕਰਵਾਇਆ ਗਿਆ ਹੋਇਆ। ਤੇ ਕੁਛ ਨਾ ਕੁਛ ਤੇ ਹੋਇਆ, ਜੋ ਵੀ ਹੋਇਆ ਨੁਕਸਾਨ ਹੋਇਆ। ਇੱਕ ਇੰਨਾ ਵਧੀਆ ਇਨਸਾਨ ਜਿਹੜਾ ਕਿ ਸਾਰਿਆਂ ਦੇ ਅੱਗੇ ਲੱਗ ਕੇ ਅਗਵਾਈ ਕਰ ਸਕਦਾ ਸੀ, ਵਧੀਆ ਵਾਲੀ, ਜਿਹੋ ਜਿਹੇ ਆਗੂ ਦੀ ਜ਼ਰੂਰਤ ਹੁੰਦੀ ਹੈ ਪ੍ਰਜਾ ਨੂੰ, ਜਨਤਾ ਨੂੰ, ਹੈ ਨਾ, ਉਹ ਤਾਂ ਖਤਮ ਹੋ ਗਿਆ ਨਾ। ਖੈਰ ਚਲੋ, ਇਹ ਤਕਲੀਫਾਂ ਕਈ ਵਾਰੀ ਹਮੇਸ਼ਾ ਲਈ ਹੋ ਜਾਂਦੀਆਂ ਨੇ, ਪਛਤਾਵੇ ਹੀ ਰਹਿ ਜਾਂਦੇ ਨੇ ਬਾਅਦ ਵਿੱਚ, ਜਾਂ ਫਿਰ ਸਾਰੀ ਜ਼ਿੰਦਗੀ ਪਛਤਾਵੇ ਦੇ ਤੌਰ ਤੇ ਦੁਨੀਆ ਸੁਧਰ ਜਾਂਦੀ ਹੈ, ਜਾਂ ਫਿਰ ਮੁੜ ਉਹੀ ਕੁਛ ਹੋ ਜਾਂਦਾ। ਆਸਾਰ ਇਹੋ ਹੀ ਲੱਗਦਾ ਕਿ ਯੂਥ ਸੁਧਰ ਰਿਹਾ,
ਸੁਧਰ ਜੂਗਾ, ਉਹਦੇ ਫਿਲਾਸਫਿਕਲ ਗੱਲਾਂ, ਮਤਲਬ ਪੂਰੀਆਂ ਸੰਭਾਵਨਾਵਾਂ ਹਨ ਕਿ ਉਹ ਅੱਗੇ ਚੱਲੂਗਾ। ਖੈਰ, ਆਪਾਂ ਇੱਕ ਸ਼ਰਧਾਂਜਲੀ ਦੇਣੀ ਸੀ ਉਹਦੀ ਗੱਲਬਾਤ ਕਰਕੇ, ਤਾਂ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ ਦੀਪ ਸਿੱਧੂ ਵਰਗੇ ਇੱਕ ਬਹੁਤ ਹੀ ਵਧੀਆ ਨੌਜਵਾਨ ਨੂੰ ਅੱਜ ਸ਼ਰਧਾਂਜਲੀ ਪੇਸ਼ ਕਰਦੇ ਹਾਂ। ਜੀ, ਉਹਦੇ ਅਸੂਲਾਂ, ਉਹਦੇ ਸਿਧਾਂਤ, ਫਿਲਾਸਫੀ ਦੀ ਵਜ੍ਹਾ ਕਰਕੇ ਕਾਸ਼ ਸਾਡੇ ਲੋਕ ਬੰਦੇ ਦੇ ਜਿਉਂਦੇ ਜੀ ਉਹਦਾ ਮੁੱਲ ਪਾਉਣਾ ਸ਼ੁਰੂ ਕਰ ਦੇਣ ਅਜਿਹੇ ਲੋਕਾਂ ਦੇ, ਤੇ ਅਜਿਹੇ ਯੂਥ ਜਾਂ ਅਜਿਹੇ ਲੋਕ ਫਿਰ ਇੱਕ ਆਈਕਨ ਬਣ ਕੇ ਅੱਗੇ ਤੱਕ ਚੱਲਦੇ ਰਹਿੰਦੇ ਨੇ ਤੇ ਪ੍ਰਜਾ ਆਪੇ ਹੀ ਸੁਖੀ। ਖੈਰ ਚਲੋ, ਮੈਂ ਅੱਜ ਸਭ ਤੋਂ ਪਹਿਲੀ ਚਿੱਠੀ ਅੱਜ ਮੈਂ ਪੜ੍ਹਦੀ ਹਾਂ, ਅੱਗੇ ਤੁਹਾਨੂੰ ਹਮੇਸ਼ਾ ਮੌਕਾ ਦਿੰਦੀ ਹਾਂ। ਇਜਾਜ਼ਤ है? बिल्कुल इजाजत है जी, और बहुत भरमा स्वागत भी है इस चिट्ठी का। थैंक यू, शुक्रिया जी, शुकराना। ਸਭ ਤੋਂ ਪਹਿਲੀ ਚਿੱਠੀ ਹੈ ਜੀ ਸਾਡੇ ਨਵੇਂ ਇੱਕ ਬਹੁਤ ਹੀ ਪਿਆਰੀ ਕਵਿਤਰੀ ਸਰੋਤਾ ਨੇ, ਵਿਜੇਤਾ ਭਾਰਦਵਾਜ। ਵਿਜੇਤਾ ਭਾਰਦਵਾਜ ਉਹਨਾਂ ਨੇ ਲਿਖਿਆ ਹੈ, ਸਤਿਕਾਰਯੋਗ ਦੀਪ ਸਿੱਧੂ ਮੈਮ ਤੇ ਸਵੀ ਜੀ, ਸਤਿ ਸ਼੍ਰੀ ਅਕਾਲ। ਮੈਂ ਅਕਸਰ ਮੋਬਾਈਲ ਚੈੱਕ ਕਰਦੀ ਤੁਹਾਡੇ ਰੰਗ FM ਚੈਨਲ ਨਾਲ ਜੁੜ ਜਾਂਦੀ ਹਾਂ। ਕਦੇ ਤੁਸੀਂ ਕਿਸੇ ਸਾਹਿਤਿਕ ਸ਼ਖਸੀਅਤ ਨਾਲ ਵਾਕਫ ਕਰਾ ਰਹੇ ਹੁੰਦੇ ਹੋ ਤੇ ਕਦੇ ਕਿਸੇ ਟੌਪਿਕ ਤੇ ਭਰਪੂਰ ਜਾਣਕਾਰੀ ਦੇ ਰਹੇ ਹੁੰਦੇ ਹੋ। ਬੜੇ ਹੀ ਮਲਾਪੜੇ ਜੇ ਸੁਭਾਅ ਦੇ ਨਾਲ ਐਂਕਰ ਆਪਣੀ ਗੱਲ ਰੱਖਦੇ। ਇਸ ਲਈ ਮੈਂ ਤੁਹਾਨੂੰ ਵਧਾਈ ਦਿੰਦੀ ਹਾਂ, ਤੁਹਾਡੀ ਪ੍ਰਸਤੁਤੀ ਸ਼ਲਾਘਾਯੋਗ ਹੈ। ਮੈਂ ਪਿਛਲੇ ਦਿਨੀ ਮਾਣਯੋਗ ਲਖਵਿੰਦਰ ਸਿੰਘ ਜੌਹਲ ਜੀ ਨੂੰ ਮਿਲੀ ਤੇ ਜਿਹੜੀ ਗੱਲ ਮੈਨੂੰ ਖਟਕ ਰਹੀ ਸੀ ਉਹ ਇਹ ਹੈ ਕਿ ਪਿੱਛੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀਆਂ ਚੋਣਾਂ ਹੋਈਆਂ, ਸਭ ਮਰਦ ਸਾਹਿਤਕਾਰ ਅਹੁਦੇਦਾਰ ਬਣਾਏ ਗਏ, ਇੱਕ ਵੀ ਔਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਨੂੰ ਕੀ ਸਮਝਿਆ ਜਾਵੇ? ਕੀ ਮਰਦ ਪ੍ਰਧਾਨ ਸਮਾਜ ਨੂੰ ਕਿਸੇ ਕਾਬਿਲ ਨਹੀਂ ਸਮਝਦਾ ਜਾਂ ਜਾਣਬੁੱਝ ਕੇ ਔਰਤ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ? ਮੈਂ ਉਹਨਾਂ ਨੂੰ ਵੀ ਇਹੋ ਹੀ ਸਲਾਹ ਦਿੱਤੀ ਕਿ ਕਿਰਪਾ ਕਰਕੇ ਔਰਤਾਂ ਜੋ ਵਧੀਆ ਲਿਖ ਰਹੀਆਂ ਹਨ ਉਹਨਾਂ ਨੂੰ ਸਭਾ ਨਾਲ ਜੋੜਿਆ ਜਾਵੇ, ਕਿਉਂਕਿ ਨਵੀਆਂ ਸਾਹਿਤਿਕ ਔਰਤਾਂ ਨੂੰ ਵੀ ਪਹਿਚਾਣ ਦੀ ਲੋੜ ਹੈ। ਸ਼ੁਕਰੀਆ, ਵਿਜੇਤਾ ਭਾਰਦਵਾਜ। ਇਹ ਤਰਾਸਦੀ ਨਾ ਗਈ ਕਦੇ ਔਰ ਮਰਦ ਪ੍ਰਧਾਨ ਦੇਸ਼ ਦੇ ਵਿੱਚ। ਕੀ ਕਹਿੰਦੇ? ਬਿਲਕੁਲ ਦੀਪ ਜੀ, ਇਹ ਗੱਲ ਸਹੀ ਹੈ, ਕਿਉਂਕਿ ਮੈਂ ਵੀ ਵੈਸੇ ਉੱਥੇ ਸੀ, ਉੱਥੇ ਬਕਾਇਦਾ ਉਸ ਚੋਣ ਹੋ ਰਿਹਾ ਸੀ ਜਿਸ ਟਾਈਮ ਉੱਥੇ ਪਹੁੰਚੇ ਸੀ ਅਸੀਂ ਵੀ ਐਜ਼ ਏ ਕਵਿਤਰੀ ਤੌਰ ਤੇ ਠੀਕ ਹੈ, ਉਹਨਾਂ ਨੇ ਗੱਲ ਤਾਂ ਸਹੀ ਕਹੀ ਆ, ਬਟ ਮੈਂ ਉਹਨਾਂ ਦੀ ਨਾਲ ਥੋੜਾ ਜਿਹਾ ਮਤਲਬ ਵਾਧਾ ਕਰ ਦਿੰਦੀ ਆ। ਉਹਦੇ ਵਿੱਚ 2 ਫੀਮੇਲਸ ਨੂੰ ਬਿਨਾਂ ਚੁਣੇ ਹੀ ਸਿਲੈਕਟ ਕੀਤਾ ਗਿਆ ਸੀ, ਉਹ ਸਾਹਮਣੇ ਨਹੀਂ ਸੀ ਸਰਬਸੰਮਤੀ ਨਾਲ। ਹਾਂਜੀ, ਸਰਬਸੰਮਤੀ ਨਾਲ, ਜਿਵੇਂ ਜੋਹਲ ਸਾਹਿਬ ਜੀ ਨੂੰ ਆਪਾਂ ਨੇ ਸਰਬਸੰਮਤੀ ਨਾਲ ਉਹਨਾਂ ਨੇ ਚੁਣਿਆ ਗਿਆ ਹੈਗਾ, ਉਸੇ ਤਰ੍ਹਾਂ ਮਤਲਬ 2 ਫੀਮੇਲਸ ਦਾ ਨਾਮ ਆਇਆ ਤੇ ਉਹ 2 ਅਲੱਗ-ਅਲੱਗ ਪੋਸਟ ਦੇ ਉੱਪਰ ਸੀ ਤੇ ਉਹਨਾਂ ਦਾ ਕਿਸੇ ਨਾਲ ਚੋਣ ਤਾਂ ਹੋ ਹੀ ਨਹੀਂ ਸਕਦੀ ਸੀ ਅਤੇ ਕੋਈ ਮੁਕਾਬਲਾ ਹੋ ਹੀ ਨਹੀਂ ਸਕਦਾ ਸੀ, ਸੋ ਇਸ ਕਰਕੇ ਉਹਨਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਤੇ 2 ਹੈ ਫੀਮੇਲਸ। ਅਦਰਵਾਈਜ਼ ਓਵਰਆਲ ਸਾਰੀਆਂ ਜਿਹੜੇ ਹੋਰ ਕੈਂਡੀਡੇਟ ਮੈਂਬਰਸ ਨੇ, ਹੋਰ ਮੈਂਬਰਸ ਨੇ ਸਾਰੇ, ਉਹ ਸਾਰੇ ਮੇਲ ਹੀ ਹੈਗੇ। ਤੇ ਗੱਲ ਬਿਲਕੁਲ ਸਹੀ ਕਹੀ ਹੈ, ਜਾਇਜ਼ ਕਹੀ ਹੈ, ਬਟ ਕੋਈ ਸਾਹਮਣੇ ਨਹੀਂ ਆਉਂਦਾ ਇਸ ਤਰ੍ਹਾਂ ਦੇ ਮੁੱਦੇ ਨੂੰ ਲੈ ਕੇ, ਹੈ ਨਾ। ਵੈਸੇ ਹੋਣੀ ਵੀ ਚਾਹੀਦੀ ਹੈ, ਗੱਲ ਬਿਲਕੁਲ ਸਹੀ ਹੈ। ਮੈਂ ਵੀ ਇਸ ਗੱਲ ਤੇ ਥੋੜੀ ਜਿਹੀ ਗੱਲ ਕਰਨਾ ਚਾਹਾਂਗੀ ਤੁਹਾਡੇ ਤੋਂ ਬਾਅਦ। ਬਿਲਕੁਲ ਤੇ ਇਹ ਚੀਜ਼ਾਂ ਦਾ ਥੋੜਾ ਮਤਲਬ ਜੀ ਥੋੜਾ ਤਾਂ ਮੈਨੂੰ ਵੀ ਲੱਗਿਆ ਵੀ ਹਾਂ ਹੋਣਾ ਚਾਹੀਦਾ, ਕਿਉਂਕਿ ਅਸੀਂ ਖੁੱਲ ਕੇ ਗੱਲ ਵੀ ਕਰ ਸਕਦੇ ਹਾਂ, ਕਿਉਂਕਿ ਕੋਈ ਚੀਜ਼ਾਂ ਉੱਥੇ ਸਾਹਿਤਕ ਉਹਦੇ ਵਿੱਚ ਕੋਈ ਵੀ ਕੰਮ ਹੋ ਰਿਹਾ ਹੋਵੇ ਜਾਂ ਸਾਨੂੰ ਕੋਈ ਨੌਲੇਜ ਨਹੀਂ ਹੋ ਪਾਉਂਦੀ ਹੈਗੀ, ਹਨਾ, ਕਿਸੇ ਚੀਜ਼ ਨੂੰ ਕੋਈ ਨਾ ਕੋਈ ਕਨੈਕਟ ਤਾਂ ਹੋਣਾ ਚਾਹੀਦਾ ਜਿਹੜਾ ਅਸੀਂ ਉੱਥੇ ਤੱਕ ਪਹੁੰਚ ਸਕੀਏ, ਸਾਰੀਆਂ ਕਵਿਤਰੀਆਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਖੁੱਲ ਕੇ ਗੱਲ ਕਰ ਸਕਣ ਵੀ ਸਾਨੂੰ ਇਸ ਜਗ੍ਹਾ ਤੇ ਇੱਥੇ ਮੌਕਾ ਮਿਲਣਾ ਚਾਹੀਦਾ, ਇੱਥੇ ਮੌਕਾ ਮਿਲਣਾ ਚਾਹੀਦਾ, ਇਸ ਜਗ੍ਹਾ ਪਹੁੰਚ ਸਕੀਏ। ਤੇ ਸਾਰੇ ਮਰਦ ਪ੍ਰਧਾਨ ਨੇ ਆਪਣਾ ਹੀ ਜੇ ਕਿਹਾ ਜਾਵੇ ਤਾਂ ਇਹ ਬੇਸ਼ੱਕ ਕੋਈ ਦੁਹਰਾਇਆ ਨਹੀਂ, ਇਹ ਗੱਲ ਸੱਚ ਹੈ। ਇਹ ਬਿਲਕੁਲ ਸੱਚ ਕਹੀ ਹੈ ਇਹਨਾਂ ਨੇ ਗੱਲ, ਔਰ ਮੈਂ ਇਹਨਾਂ ਦੇ ਨਾਲ ਬਿਲਕੁਲ ਸਹਿਮਤ ਹਾਂ। ਮੈਂ ਇਸ ਦੌੜ ਦੇ ਵਿੱਚ ਬਿਲਕੁਲ ਵੀ ਸ਼ਾਮਲ ਨਹੀਂ ਹਾਂ। ਮੈਂ ਉਹ ਉਂਝ ਦੇਖਿਆ ਜਾਵੇ ਤਾਂ ਮੈਂ ਪੰਜਾਬ ਸਾਹਿਤ ਅਕੈਡਮੀ ਦੀ ਕਮੇਟੀ ਦੀ ਮੈਂਬਰ ਜ਼ਰੂਰ ਹਾਂ, ਉਹਨਾਂ ਦੀ ਜਿਹੜੀ ਪ੍ਰਬੰਧਕੀ ਕਮੇਟੀ ਹੈ ਜਾਂ ਜੋ ਹੈ, ਤੇ ਪਰ
ਮੈਂ ਕਦੇ ਇਸ ਦੌੜ 'ਚ ਸ਼ਾਮਲ ਨਹੀਂ ਹੁੰਦੀ, ਪਰ ਇਹਦਾ ਮਤਲਬ ਇਹ ਆਪੋ ਆਪਣਾ ਹਿਸਾਬ ਕਿਤਾਬ ਕਿਉਂ ਨਹੀਂ ਸ਼ਾਮਲ ਹੁੰਦੀ, ਕਿਉਂਕਿ ਇੰਜ ਵਿਤਕਰਾ ਮੈਂ ਦੇਖਿਆ। ਰਹੀ ਦੂਸਰੀ ਗੱਲ, ਮੈਂ ਹਮੇਸ਼ਾ ਤੋਂ ਰੌਲਾ ਪਾਇਆ ਇਸ ਗੱਲ ਦਾ, ਹਮੇਸ਼ਾ ਤੋਂ ਮੰਗ ਰੱਖਦੀ ਆਈ ਹਾਂ। ਆ ਜਿਹੜੇ ਗਰੁੱਪ ਸ਼ਰੂਪ ਵੀ ਬਣੇ ਹੁੰਦੇ ਨੇ, ਮੈਂ ਡਟ ਕੇ ਹੀ ਕਹਿਣਾ ਚਾਹਾਂਗੀ ਕਿ ਭਾਈ ਜਿਹੜੀਆਂ ਸੀਨੀਅਰ ਲੇਖਕਾਵਾਂ ਨੇ ਜਾਂ ਲੇਖਕ ਨੇ ਜਾਂ ਕਵੀ ਜਾਂ ਕਵਿਤਰੀਆਂ ਨੇ ਜਿਹੜੇ ਕਿ ਕਹਿਣ ਨੂੰ ਨਾਮ ਬਣਾ ਚੁੱਕੇ ਨੇ, ਜਾਂ ਜੋ ਵੀ ਹੈ ਜਿਨ੍ਹਾਂ ਦੀਆਂ ਕਿਤਾਬਾਂ ਨੂੰ ਪੜ੍ਹਦੇ ਹਾਂ ਜਾਂ ਜਿਨ੍ਹਾਂ ਨੂੰ ਜਾਣਨ ਲੱਗ ਜਾਈਦਾ, ਭਾਈ ਜਦੋਂ ਕੋਈ ਨਵਾਂ ਪੋਸਟ ਇਹਨਾਂ ਗਰੁੱਪਾਂ ਦੇ ਵਿੱਚ ਪਾਉਂਦਾ ਹੈ, ਕੋਈ ਨਵਾਂ ਕਵੀ ਜਾਂ ਕਵਿਤਰੀ ਜਾਂ ਕੋਈ ਕੁੜੀ ਜਾਂ ਬੰਦਾ ਜਾਂ ਲੜਕਾ, ਤਾਂ ਤੁਸੀਂ ਉਹਨਾਂ ਨੂੰ ਉਤਸ਼ਾਹਿਤ ਕਰਿਆ ਕਰੋ ਵੀ ਉਹਨਾਂ ਨੂੰ ਇੱਕ ਦੋ ਸ਼ਬਦ ਕਹੇ ਵੀ ਬਹੁਤ ਚੰਗੇ ਲੱਗਣਗੇ ਤੇ ਉਹ ਬਹੁਤ ਵਧੀਆ ਲਿਖਦੇ ਨੇ, ਬਹੁਤ ਅੱਛਾ ਲਿਖਣ ਵਾਲੇ ਲੋਕ ਨੇ, ਬਹੁਤ ਅੱਛੇ ਕਵੀ ਕਵਿਤਰੀਆਂ ਜਾਂ ਲੇਖਕ ਆ ਰਹੇ ਨੇ ਅੱਜ ਦੀ ਜਨਰੇਸ਼ਨ ਦੇ, ਜਾਂ ਤੁਸੀਂ ਲਾ ਲਓ ਵੀ 22 ਸਾਲ ਤੋਂ ਲੈ ਕੇ 45 ਸਾਲ ਤੱਕ ਦੀ ਜੋ ਜਨਰੇਸ਼ਨ ਚੱਲ ਰਹੀ ਹੈ। ਤੇ ਸਗੋਂ ਇੱਕ ਵਾਰੀ ਜਦੋਂ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਬਹੁਤ ਸਤਿਕਾਰਯੋਗ ਹੋ ਸਾਡੇ ਲਈ, ਪਰ ਇੱਕ ਗੱਲ ਅਸੀਂ ਕਹਿਣਾ ਚਾਹਾਂਗੇ ਕਿ ਤੁਸੀਂ ਤੁਹਾਡੇ ਵਰਗੇ ਕਰ ਸਕਦੇ। ਮੈਨੂੰ ਉਹ ਸੁਣਾਈ ਗਈ ਸੀ ਗੱਲ, ਕਹੀ ਗਈ ਸੀ, ਮੈਂ ਕਦੇ ਕਿਸੇ ਗੱਲ ਨੂੰ ਨੈਗੇਟਿਵ ਰੂਪ ਦੇ ਵਿੱਚ ਨਹੀਂ ਲੈਂਦੀ। ਇਹ ਮੈਂ ਅੱਜ ਦੱਸਣਾ ਜ਼ਰੂਰੀ ਸਮਝਦੀ ਹਾਂ ਸਾਰੇ ਲੇਖਕਾਵਾਂ ਨੂੰ। ਕਿਉਂ ਰੰਗ FM ਖੋਲਿਆ, ਰੰਗ FM ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰ, ਜਿੱਥੇ ਉਹ ਨਵੀਆਂ ਪ੍ਰਤਿਭਾਵਾਂ ਨੂੰ ਲੈ ਕੇ ਆ ਰਿਹਾ ਹੈ। ਮੈਂ ਉਹਨਾਂ ਦੀ ਕਹੀ ਗੱਲ ਦਾ ਜਵਾਬ ਉਹਨਾਂ ਨੂੰ ਰੰਗ FM ਬਣਾ ਕੇ ਦਿੱਤਾ। ਰੰਗ FM ਜਿੱਥੇ ਨਵੇਂ ਲੋਕਾਂ ਨੂੰ ਮੌਕਾ ਦੇ ਰਿਹਾ ਹੈ, ਚਾਹੇ ਉਹ ਸਾਹਿਤਕ ਫੀਲਡ ਹੈ, ਚਾਹੇ ਉਹ ਕੋਈ ਵੀ ਹੈਗਾ, 11 ਕੇ 12 ਪ੍ਰੋਗਰਾਮ ਆ ਰਹੇ ਨੇ, ਜਾਂ ਕੁਛ ਵੀ ਹੈ, ਜਾਂ ਜਿੱਥੇ ਦੂਸਰੇ ਲੋਕ ਨੇ ਉੱਥੇ ਪੁਰਾਣਿਆਂ ਨੂੰ ਅਸੀਂ ਲੈ ਕੇ ਆ ਰਹੇ ਹਾਂ, ਉਹਦੇ ਬਰਾਬਰ ਹੀ ਦੂਸਰੇ ਚੱਲ ਰਹੇ ਨੇ। ਸੋ ਆਪਾਂ ਤਾਂ ਆਪਣੀ ਗੱਲ ਪੂਰੀ ਕਰਤੀ ਹੈ ਨਾ। ਸੋ ਤੁਹਾਡਾ ਇੱਥੇ ਸਵਾਗਤ ਹੈ, ਆਓ ਤੁਸੀਂ ਜਿੰਨਾ ਮਰਜ਼ੀ ਆਓ, ਜਦੋਂ ਮਰਜ਼ੀ ਆਓ। ਵਿਜੇਤਾ ਭਾਰਦਵਾਜ, ਰੰਗ FM ਤੁਹਾਡੇ ਲਈ ਬਾਹਾਂ ਖੋਲ ਕੇ ਖੜੇ। ਬਿਲਕੁਲ ਬਿਲਕੁਲ ਮੈਮ, ਇਹ ਗੱਲ ਸਹੀ ਹੈ। ਔਰ ਮੈਂ ਵੀ ਆਪਣੀ ਇੱਕ ਗੱਲ ਰੱਖਣਾ ਚਾਹੁੰਦੀ ਹਾਂ ਕਿ ਜਿਵੇਂ ਤੁਸੀਂ ਕਿਹਾ ਨਾ ਕਿ ਆਉਣ ਵਾਲੇ ਜਿਹੜੀਆਂ ਕਵਿਤਰੀਆਂ ਨੇ ਜਾਂ ਫਿਰ ਇਸ ਸਫ਼ਰ ਦੇ ਵਿੱਚ ਨੇ, ਵੀ ਉਹ ਕੁਝ ਕਰ ਸਕਦੀਆਂ, ਆਵਾਜ਼ ਉਠਾ ਸਕਦੀਆਂ। ਚਲੋ ਆਪਾਂ ਜੇ ਕੁਝ ਨਹੀਂ ਵੀ ਕਰ ਸਕਦੇ ਫਿਲਹਾਲ, ਜਿਵੇਂ ਮੈਂ ਸੋਚਦੀ ਹਾਂ ਵੀ ਜਿਵੇਂ ਹੁਣ ਮੈਂ ਰੀਸੈਂਟਲੀ ਨਵੇਂ ਬੱਚਿਆਂ ਨੂੰ ਜੋੜ ਰਹੀ ਹਾਂ ਔਰ ਇੱਕ ਬੁੱਕ ਐਡਿਟ ਕਰ ਰਹੀ ਹਾਂ, ਇਹ ਕਲਮਕਾਰ ਪ੍ਰੈਜ਼ੈਂਟ ਕਰ ਚੁੱਕੀ ਹੈ ਤੇ ਸੈਕਿੰਡ ਬੁੱਕ ਵੀ ਆ ਚੁੱਕੀ। ਬੱਚੇ ਮੇਰੇ ਨਾਲ ਖੁੱਲ ਕੇ ਗੱਲ ਕਰਦੇ, ਕਹਿੰਦੇ ਵੀ ਅਸੀਂ ਭੀੜ ਦੇ ਵਿੱਚ ਸ਼ਾਮਿਲ ਨਹੀਂ ਹੋਣਾ, ਬਟ ਸਾਡੇ ਨਾਲ ਗੱਲਬਾਤ ਕੀਤੀ ਜਾਵੇ, ਸਾਨੂੰ ਕਿਸੇ ਬੁੱਕ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਤੇ ਉਹਨਾਂ ਨੂੰ ਦੱਸਦੇ ਵੀ ਆ, ਉਹਨਾਂ ਨੂੰ ਮੌਕਾ ਵੀ ਦਿੰਦੇ ਆ। ਬਟ ਮੇਰੇ ਖਿਆਲ ਸੇ ਸਾਡੇ ਵਰਗੇ ਨੂੰ ਬਹੁਤ ਘੱਟ ਮਤਲਬ ਇਸ ਤਰ੍ਹਾਂ ਹੈ ਕਿ ਕੋਈ ਕਵੇ ਕਿ ਹਾਂਜੀ ਆਜੋ ਜੀ, ਇੱਧਰ ਆਜੋ, ਸਾਨੂੰ ਤਾਂ ਰਸਤੇ ਆਪ ਹੀ ਲੱਭਣੇ ਪਏ ਆ। ਮੈਂ ਸੋਚਦੀ ਹਾਂ, ਕੋਸ਼ਿਸ਼ ਕਰਦੀ ਹਾਂ ਵੀ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਸਾਹਿਤ ਨਾਲ ਜੋੜਿਆ ਵੀ ਜਾਵੇ, ਦੇਖੋ ਪਲੇਟਫਾਰਮ ਰਾਹ ਸੁਣਾਇਆ ਵੀ ਜਾਵੇ। ਗੱਲ ਉਹਨਾਂ ਨੇ ਇੰਨੀ ਕੁ ਕੀਤੀ ਹੈ ਸਿਰਫ ਇੱਕ ਪੈਰੇ ਦੀ, ਪਰ ਦੇਖੋ ਜੇ ਦੇਖਿਆ ਜਾਵੇ ਤਾਂ ਕਿੱਡੀ ਲੰਮੀ ਡਿਸਕਸ਼ਨ ਹੋ ਗਈ ਹੈ ਉਹਨਾਂ ਦੀ ਗੱਲ ਤੇ, ਕਿਉਂਕਿ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਸੀ। ਮੈਂ ਉਹਨਾਂ ਦੇ ਇਹੋ ਜਿਹੇ ਵਧੀਆ ਕਵੀ ਕਵਿਤਰੀਆਂ ਲੇਖਕਾਵਾਂ ਤੇ ਉਸ ਦਰਦ ਨੂੰ ਅੰਦਰੋਂ ਪਹਿਚਾਣਿਆ ਸੀ, ਠੀਕ ਹੈ ਨਾ। ਤੇ ਮੈਂ ਬਹੁਤ ਰੌਲਾ ਵੀ ਪਾਇਆ ਸੀ ਉਹਨਾਂ ਗੱਲਾਂ ਲਈ, ਤੇ ਜਿਹੜੇ ਉਹਨਾਂ ਦੇ ਖੋਲਣ ਵਾਲੇ ਸੀ ਉਹਨਾਂ ਨੇ ਵੀ ਮੇਰੇ ਨਾਲ ਬਹੁਤ ਡਿਸਕਸ ਕੀਤਾ ਸੀ ਕਿ ਤੁਸੀਂ ਬਹੁਤ ਸੱਚੀ ਮੁੱਚੀ ਬਹੁਤ ਵਧੀਆ ਆਵਾਜ਼ ਉਠਾਈ ਆ, ਪਰ ਵਿੱਚ ਜਿਹੜੇ ਸੀਨੀਅਰ ਕਵੀ ਕਵਿਤਰੀ ਨੇ, ਮੈਂ ਉਹਨਾਂ ਕਰਕੇ ਚੁੱਪ ਆ, ਮੈਂ ਬੋਲ ਨਹੀਂ ਸਕਦੀ, ਕੋਈ ਜਾਂ ਬੋਲ ਨਹੀਂ ਸਕਦਾ ਵੀ ਤੁਸੀਂ ਆਵਾਜ਼ ਉਠਾਈ। ਮੈਂ ਕਿਹਾ ਮੈਨੂੰ ਕਿਸੇ ਗੱਲ ਦਾ ਡਰ, ਮੈਂ ਆਪਣੇ ਲਈ ਆਵਾਜ਼ ਨਹੀਂ ਉਠਾਈ, ਮੈਂ ਤਾਂ ਬਥੇਰਾ ਕੁਛ ਲਿਖਦੀ ਰਹੀ ਹਾਂ, ਮੈਨੂੰ ਕਿਸੇ ਪਲੇਟਫਾਰਮ ਦੀ ਲੋੜ ਨਹੀਂ, ਬਥੇਰੇ ਨੇ ਮੇਰੇ ਕੋਲ, ਪਰ ਮੈਂ ਉੱਥੇ ਵੀ ਨਹੀਂ ਜਾਂਦੀ। ਤੋ ਗੱਲ ਮੈਂ ਇੱਥੇ ਹੀ ਖਤਮ ਕਰਦੀ ਹਾਂ, ਪਰ ਇਹ ਮਾੜੀ ਗੱਲ ਹੈ। ਪਰ ਆਓ ਦੋਸਤੋ, ਰੰਗ FM ਤੁਹਾਡੇ ਲਈ ਇੰਤਜ਼ਾਰ ਕਰ ਰਿਹਾ ਹੈ, ਤੁਹਾਨੂੰ ਸਭ ਨੂੰ ਮੌਕੇ ਮਿਲੇ, ਆਓ ਖੁੱਲੀਆਂ ਬਾਹਾਂ ਨਾਲ ਸਵਾਗਤ ਕਰਦੇ ਹਾਂ। ਤੇ ਦੂਸਰੀ ਗੱਲ, ਅਸੀਂ ਬਹੁਤ ਹੀ ਜਲਦੀ ਮੈਗਜ਼ੀਨ ਕੀ ਅਸੀਂ ਬਹੁਤ ਕੁਝ ਖੋਲ ਰਹੇ ਹਾਂ, ਅਸੀਂ ਵੈਬਸਾਈਟ ਬਣਾ ਰਹੇ ਹਾਂ ਤੁਹਾਡੇ ਲਈ, ਸਾਰਿਆਂ ਲਈ, ਵਧੀਆ ਲੇਖਕਾਂ ਦੇ ਲਈ। ਆਓ ਬਹੁਤ ਜਲਦੀ ਅਸੀਂ ਅਨਾਉਂਸ ਕਰਨ ਵਾਲੇ ਹਾਂ। ਹਾਂਜੀ ਰਣਜੀਤ ਜੀ, ਅਗਲੀ ਜਿਹੜੀ ਚਿੱਠੀ ਹੈ ਪੜ੍ਹੋ ਤੁਸੀਂ। ਜੀ ਬਿਲਕੁਲ, ਮੇਰੇ ਕੋਲ ਚਿੱਠੀ ਆਈ ਹੈ ਜੀ, ਵਿਦਿਆਰਥੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ, ਕਮਲਦੀਪ ਜਲੂਰ ਕਵੀ ਹੈ, ਉਹਨਾਂ ਨੇ ਲਿਖੀ ਹੈ।
ਸਤਿ ਸ਼੍ਰੀ ਅਕਾਲ ਰਣਜੀਤ ਸਭੀ ਜੀ ਤੇ ਰੰਗ ਐਫਐਮ ਦੀ ਸਾਰੀ ਟੀਮ ਨੂੰ ਸ਼ੋਅ ਵਿੱਚ ਪੜਨ ਲਈ ਚਿੱਠੀ ਭੇਜ ਰਿਹਾ ਹਾਂ। ਮੇਰਾ ਵਿਸ਼ਾ ਹੈ ਮੁਹੱਬਤ। ਮੁਹੱਬਤ ਮਹਿਜ਼ ਇੱਕ ਸ਼ਬਦ ਨਹੀਂ ਸਗੋਂ ਜਿਉਂਦੇ ਹੋਣ ਦਾ ਸਬੂਤ ਹੈ, ਅਹਿਸਾਸ ਹੈ, ਚਿਹਰੇ ਦਾ ਨੂਰ ਹੈ, ਸੋਚ ਹੈ, ਕੁਦਰਤੀ ਵਰਤਾਰਾ ਹੈ। ਜਾਤ ਗੋਤ ਧਰਮ ਉਮਰਾਂ ਤੋਂ ਪਾਰ ਮੁਹੱਬਤ ਸਾਂਝੀਵਾਲਤਾ ਦਾ ਪ੍ਰਤੀਕ ਹੈ। ਜੀ ਮੁਹੱਬਤ ਇਨਸਾਨ ਨੂੰ ਇਨਸਾਨ ਬਣਾਉਂਦੀ ਹੈ, ਦੂਜਿਆਂ ਪ੍ਰਤੀ ਹਮਦਰਦੀ ਅਤੇ ਫਿਕਰ ਖਿਆਲ ਰੱਖਣ ਦਾ ਸਾਂਝਾ ਸੰਕਲਪ ਹੈ। ਮੁਹੱਬਤ ਤੋਂ ਬਿਨਾਂ ਧਰਤੀ ਕਬਰ ਵਰਗੀ ਹੋਵੇਗੀ, ਪਰ ਸਾਡੇ ਸਮਾਜ ਵਿੱਚ ਇਸ ਦੇ ਉਲਟ ਨਫ਼ਰਤ, ਗੁੱਸਾ, ਗਾਲਾਂ, ਸਾੜਾਂ, ਈਰਖਾ, ਵੈਰ, ਵਿਰੋਧ, ਲੜਾਈ ਝਗੜਾ, ਕਤਲ, ਦੰਗੇ ਤਾਂ ਸ਼ਰੇਆਮ ਹੁੰਦੇ ਨੇ। ਪਰ ਜਦੋਂ ਲੋਕ ਮੁਹੱਬਤ ਲੁਕ ਕੇ ਕਰਦੇ ਨੇ ਨਾ, ਉਦੋਂ ਜਦੋਂ ਕਿ ਮੁਹੱਬਤ ਸ਼ਰੇਆਮ ਹੋਣੀ ਚਾਹੀਦੀ ਹੈ। ਮੁਹੱਬਤ ਇਨਸਾਨ ਨੂੰ ਸਹਿਜ ਸ਼ਾਂਤ ਕਰਦੀ ਹੈ, ਪਰ ਮੁਹੱਬਤ ਕਰਨ ਵਾਲਿਆਂ ਨੂੰ ਸਜ਼ਾ ਮਿਲਦੀ ਹੈ, ਇੱਥੋਂ ਤੱਕ ਕਿ ਮਾਰ ਵੀ ਦਿੱਤਾ ਜਾਂਦਾ ਹੈ। ਸਾਡੇ ਗੀਤਾਂ ਵਿੱਚ ਹਥਿਆਰਾਂ ਦਾ ਬੋਲਬਾਲਾ ਹੈ, ਨੌਜਵਾਨੀ ਦੇ ਹੱਥਾਂ ਵਿੱਚ ਹਥਿਆਰਾਂ ਨੂੰ ਮਾਣ ਸਮਝਿਆ ਜਾਂਦਾ ਹੈ, ਪਰ ਕਿਸੇ ਨੂੰ ਲਾਲ ਗੁਲਾਬ ਦੇਣ ਨਾਲ ਇੱਕ ਗੁਨਾਹ ਸਮਝ ਲੈਂਦੇ ਨੇ। ਜਦੋਂ ਲੋੜ ਹੱਥਾਂ ਵਿੱਚ ਗੁਲਾਬ ਦੇ ਹੋਣ ਦੀ ਹੈ, ਮੁਹੱਬਤੋਂ ਹੁਣੇ ਲੋਕ ਇਕੱਲੇਪਨ, ਅਧੂਰੇਪਨ ਵਿੱਚ ਕੁੱਟ ਕੇ ਦਿਨ ਕੱਟਦੇ ਹਨ। ਇਸੇ ਕਰਕੇ ਹੀ ਲੋਕੀ ਡਿਪਰੈਸ਼ਨ ਤੇ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ। ਇਸ ਲਈ ਮੁਹੱਬਤ ਨੂੰ ਖੁੱਲ ਕੇ ਮਾਣੋ, ਜੀਓ, ਖੁਸ਼ ਰਹੋ। ਜਿਹੜੇ ਲੋਕ ਮੁਹੱਬਤ ਵਿਰੋਧੀ ਲੋਕ ਨੇ, ਉਹ ਕੁਦਰਤੀ ਵਿਰੋਧੀ ਨੇ। ਆਓ ਕਿ ਮੁਹੱਬਤ ਦੇ ਗੀਤ ਗਾਈਏ, ਗਲਵੱਕੜੀਆਂ ਪਾਈਏ, ਚਾਰੇ ਪਾਸੇ ਮੁਹੱਬਤ ਹੀ ਮੁਹੱਬਤ ਹੋਵੇ। ਨਫ਼ਰਤ ਲਈ ਕਿਸੇ ਥਾਂ ਹੀ ਨਾ ਹੋਵੇ, ਥਾਂ ਹੀ ਨਾ ਬਚੇ। ਜੀਓ, ਖੁਸ਼ ਰਹੋ, ਖੁੱਲੀਆਂ ਅੱਖਾਂ ਨਾਲ ਦੇਖੇ ਸਾਰੇ ਸੁਪਨੇ ਪੂਰੇ ਹੋਣ। ਤੰਦਰੁਸਤ ਰਹੋ। ਸਾਰੇ ਦੋਸਤਾਂ ਨੂੰ ਢੇਰ ਸਾਰਾ ਪਿਆਰ, ਸਤਿਕਾਰ, ਅਦਬ। ਜੀਓ ਪਿਆਰਿਓ। ਕਮਲਦੀਪ ਕਵੀ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਕੀ ਬਾਤ ਹੈ ਕਮਲਦੀਪ ਜੀ। ਮੁਹੱਬਤ ਭਿੱਜੇ ਇਹਨਾਂ ਬੋਲਾਂ ਦੇ ਵਿੱਚੋਂ ਵਾਕਈ ਇੱਕ ਲਫ਼ਜ਼ ਵਿੱਚੋਂ ਮੁਹੱਬਤ ਟਪਕ ਰਹੀ ਹੈ ਤੇ ਤੁਸੀਂ ਬਹੁਤ ਹੀ ਖੂਬਸੂਰਤ ਮੈਸੇਜ ਦਿੱਤਾ ਹੈ, ਬਹੁਤ ਹੀ ਖੂਬਸੂਰਤ ਸੁਨੇਹਾ ਸੀ। ਵਾਕਈ ਸਭੀ ਦੁਨੀਆ ਦੇ ਵਿੱਚ ਨਫ਼ਰਤ, ਈਰਖਾ, ਜਲਸੀ ਜਿਹਨੂੰ ਆਪਾਂ ਕਹਿੰਦੇ ਹਾਂ, ਹੈ ਨਾ, ਕੀ ਕੁਛ ਨਹੀਂ ਆ, ਮਾਰ ਧਾੜ, ਕਿੰਨਾ ਕੁਛ ਹੈ। ਇਹ ਸਾਰਾ ਕੁਛ ਪਤਾ ਨਹੀਂ ਇਹ ਕਿੰਨੇ ਵੱਡੇ ਲੈਵਲ ਤੇ ਫੈਲਿਆ ਹੋਇਆ, ਪਰ ਵਾਕਈ ਇਸ ਮੁਹੱਬਤ ਦੀ ਬਹੁਤ ਜ਼ਰੂਰਤ ਹੈ। ਜਿਵੇਂ ਕਿ ਉਹ ਰੀਸੈਂਟਲੀ ਲੈ ਲਓ, ਪਿਛਲੇ ਕੁਛ ਦਿਨਾਂ ਤੋਂ ਯੂਕਰੇਨ ਤੇ ਰੂਸ ਦਾ ਮਾਰ ਹੋਇਆ ਪਿਆ, ਕਤਲੋ ਗਾਰਤ ਹੋ ਰਹੀ ਹੈ, ਘਰ ਜਲ ਰਹੇ ਨੇ, ਲੋਕ ਮਰ ਰਹੇ ਨੇ, ਹੈ ਨਾ। ਔਰ ਸਭ ਤੋਂ ਵੱਡੀ ਸੰਭਾਵਨਾ ਇਹ ਹੈ ਕਿ ਹੋ ਸਕਦਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਇੱਕ ਤਕਲੀਫ ਇਸ ਗੱਲ ਦੀ ਆ ਗਈ ਕਿ ਸ਼ਾਇਦ ਵਰਲਡ ਵਾਰ ਸ਼ੁਰੂ ਹੋ ਜਾਵੇ ਮੁੜ ਕੇ ਦੁਬਾਰਾ ਤੋਂ ਇੰਨੇ ਸਾਲਾਂ ਬਾਅਦ। ਕਿਉਂਕਿ ਦੋ ਵੱਡੀਆਂ ਤਾਕਤਾਂ ਰੂਸ ਤੇ ਅਮਰੀਕਾ, ਮਤਲਬ ਹਾਸਾ ਵੀ ਆਉਂਦਾ, ਤਕਲੀਫਾਂ ਵੀ ਅੰਦਰ ਮਹਿਸੂਸ ਕਰਦੇ ਹਾਂ ਆਪਾਂ। ਤੇ ਦੋਸਤੋ, ਜਦੋਂ ਜ਼ਿੰਦਗੀ ਹੈ ਹੀ ਇੰਨੀ ਥੋੜੀ, ਬਿਲਕੁਲ ਸਹੀ ਗੱਲ ਹੈ, ਉਹਨੂੰ ਆਪਾਂ ਮੁਹੱਬਤ ਨਾਲ ਗੁਜ਼ਾਰੀਏ। ਉਹ ਮੁਹੱਬਤ ਚਾਹੇ ਉਸ ਪਰਮਾਤਮਾ ਨਾਲ ਜੋੜ ਲਓ, ਉਹ ਮੁਹੱਬਤ ਚਾਹੇ ਕੁਦਰਤ ਦੇ ਨਾਲ ਜੋੜ ਲਓ, ਉਹ ਮੁਹੱਬਤ ਆਪਣੇ ਆਲੇ ਦੁਆਲੇ ਉਹਨਾਂ ਫੁੱਲਾਂ ਬੂਟਿਆਂ ਨਾਲ ਜੋੜ ਲਓ। ਉਹ ਮੁਹੱਬਤ ਹਰ ਇੱਕ ਨੂੰ, ਮੁਹੱਬਤ ਇੱਕ ਸਿਰਫ ਇੱਕ ਰਿਸ਼ਤੇ ਤੇ ਜਾ ਕੇ ਸੀਮਿਤ ਨਹੀਂ ਹੁੰਦੀ। ਮੁਹੱਬਤ ਬਹੁਤ ਖੂਬਸੂਰਤ, ਬਹੁਤ ਰੰਗੀ ਹੈ। ਤੋ ਬਹੁਤ ਹੀ ਮੂੰਹ ਚੋਂ ਅੱਜ ਮੇਰੇ ਮੁਹੱਬਤੀ ਹੀ ਲਫ਼ਜ਼ ਨਿਕਲ ਰਹੇ ਨੇ ਤੁਹਾਡੀ ਚਿੱਠੀ ਪਰ ਸੁਣਨ ਤੋਂ ਬਾਅਦ 'ਚ। ਸਭ ਤੋਂ ਪਹਿਲਾਂ ਮੈਂ ਸ਼ੁਕਰੀਆ ਉਦੋਂ ਕਰਨਾ ਸੀ, ਪਰ ਮੈਂ ਹੁਣ ਅਖੀਰ ਵਿੱਚ ਤੁਹਾਡੀ ਚਿੱਠੀ ਦੇ ਵਿੱਚ ਜਾ ਕੇ ਬਹੁਤ ਸ਼ੁਕਰੀਆ ਕਰ ਰਹੀ ਹਾਂ ਤਹਿ ਦਿਲੋਂ, ਮੁਹੱਬਤ ਦੇ ਨਾਲ ਹੀ। ਕਿਰਪਾ ਕਰਕੇ ਇੰਜ ਦੀਆਂ ਗੱਲਾਂ, ਇੰਜ ਦੇ ਵਿਸ਼ੇ ਹਮੇਸ਼ਾ ਸਾਨੂੰ ਸਨੇਹਾਂ ਦੇ ਰੂਪ ਵਿੱਚ ਕਰਦੇ ਰਿਹਾ ਕਰੋ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਇਆ ਕਰੋ। ਬਹੁਤ ਮਿਹਰਬਾਨੀ ਕਮਲਦੀਪ ਜੀ, ਬਹੁਤ ਬਹੁਤ ਮੁਹੱਬਤਾਂ। ਬਿਲਕੁਲ।
ਔਰ ਮੈਨੂੰ ਇਹਨਾਂ ਦੀ ਖਾਸ ਗੱਲ ਇੱਕ ਇਹ ਜ਼ਿਆਦਾ ਅੱਛੀ ਲੱਗੀ ਦੀਪ ਜੀ, ਵੀ ਜਿਹੜੀ ਕਿਹਾ ਕਿ ਉਹਨਾਂ ਨੇ ਨਫ਼ਰਤ, ਕ੍ਰੋਧ, ਗੁੱਸਾ, ਗਿਲਾ ਉਹ ਸਾਰਾ ਆਪਾਂ ਸ਼ਰੇਆਮ ਕਰਦੇ ਆ, ਬਟ ਮੁਹੱਬਤ ਦੇ ਵਿੱਚ ਜੇ ਕਿਸੇ ਨੂੰ ਗੁਲਾਬ ਦੇਣਾ ਪਵੇ ਉਹ ਚੋਰੀ ਚੋਰੀ ਕਰਦੇ ਆ। ਹਾਂ, ਚੋਰੀ ਚੋਰੀ, ਕਿਉਂਕਿ ਕਿਉਂਕਿ ਹੋਣਾ ਚਾਹੀਦਾ ਉਹ ਮੁਹੱਬਤ ਉਹ ਦਾ ਇਸ਼ਕ, ਇਜ਼ਹਾਰ ਮੁਹੱਬਤ, ਕਰਨਾ। ਪਿਆਰ ਦਾ ਰੰਗ ਗੁਲਾਬ ਜਿੱਥੇ ਆਪਾਂ ਹਾਂ, ਲਾਲ ਹਾਂ। ਰੰਗ ਦਾ ਕਹਿੰਦੇ ਆ, ਤੇ ਜੇ ਚਿੱਟੇ ਰੰਗ ਦਾ ਹੁੰਦਾ ਤਾਂ ਸ਼ਾਇਦ ਦੋਸਤੀ ਦਾ ਹੁੰਦਾ ਦੋਸਤੀ ਦਾ ਹਨਾ। ਹੁੰਦਾ, ਬਿਲਕੁਲ, ਇਹ ਬਿਲਕੁਲ। ਆਪੋ ਹੀ ਬਣਾਈਆਂ ਗੱਲਾਂ ਨੇ, ਬਸ ਠੀਕ ਆ, ਜੋ ਚੱਲ ਪਿਆ ਚੱਲ ਪਿਆ, ਕੋਈ ਚੱਕਰ ਨਹੀਂ। ਤੇ ਹਾਂ, ਤੁਸੀਂ ਪਲੀਜ਼ ਕੰਪਲੀਟ ਕਰੋ ਆਪਣੀ ਗੱਲ ਨੂੰ। ਬਿਲਕੁਲ ਬਿਲਕੁਲ, ਇਹ ਚੀਜ਼ ਬਿਲਕੁਲ ਇਹ ਚੰਗੀ ਲੱਗੀ। ਔਰ ਬਾਕੀ ਇਹ ਸਾਰੀ ਇਨਸਾਨੀਅਤ ਦੇ ਵਿੱਚ ਮੁਹੱਬਤ ਦਾ ਜਿਹੜਾ ਆਪਾਂ ਇੱਕ ਦਿੱਤਾ ਹੈਗਾ ਚਿੱਠੀ ਦੇ ਜ਼ਰੀਏ, ਹਨਾ, ਤੇ ਉਹ ਚੀਜ਼ ਪਹੁੰਚਣੀ ਚਾਹੀਦੀ ਹੈ ਹਰ ਇੱਕ ਇਨਸਾਨ ਨੂੰ, ਮੁਹੱਬਤ ਦੇ ਨਾਲ, ਪਿਆਰ ਦੇ ਨਾਲ, ਹੱਸ ਕੇ, ਮਿਲ ਕੇ, ਹਨਾ, ਮਿਲਣਾ ਚਾਹੀਦਾ ਹੈ। ਨਫ਼ਰਤਾਂ ਵਗੈਰਾ ਮੇਰੇ ਖਿਆਲ ਸੇ ਜ਼ਿੰਦਗੀ, ਬਾਕੀ ਮੈਮ ਕੁਝ ਵੀ ਨਹੀਂ ਪਤਾ ਵੀ ਕਦੋਂ ਖਤਮ ਹੋ ਜਾਣੀ ਹੈ ਜ਼ਿੰਦਗੀ ਦਾ, ਕੁਝ ਨਹੀਂ ਪਤਾ। ਹੁਣ ਮੈਂ ਅਗਲੀ ਚਿੱਠੀ ਪੜ੍ਹਦੀ ਅਗਲੀ ਚਿੱਠੀ ਤੁਸੀਂ, ਹਾਂਜੀ ਬਿਲਕੁਲ। ਬਹੁਤ ਹੀ ਕੀਮਤੀ ਚਿੱਠੀਆਂ ਨੇ ਯਾਰ, ਕੋਸ਼ਿਸ਼ ਹੁੰਦੀ ਹੈ ਕਿ ਇੱਕ ਹੀ ਲੋਟ ਦੇ ਵਿੱਚ ਪੂਰੀਆਂ ਹੋ ਜਾ ਕਰਨ। ਇਹਦੇ ਮੈਂ ਪੜ੍ਹਦੀ ਹਾਂ। ਰੇਡੀਓ ਰੰਗ FM ਦੀ ਸਮੂਹ ਟੀਮ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਪ੍ਰੋਗਰਾਮ ਚਿੱਠੀ ਆਈ ਹੈ ਵੇਖਦੀ ਹਾਂ, ਬਹੁਤ ਵਧੀਆ ਜੀ। ਮੈਂ ਵੀ ਹਾਜ਼ਰ ਹਾਂ ਆਪਣੀ ਇੱਕ ਚਿੱਠੀ ਦੇ ਨਾਲ। ਹੁਣ ਨਹੀਂ ਹੋਣੀ ਦਿਹਾੜੀ ਕਿਉਂਕਿ ਵੋਟਾਂ ਨੇ। ਮੈਂ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਪ੍ਰਾਇਮਰੀ ਅਧਿਆਪਕਾ ਹਾਂ। 64 ਬੱਚੇ, ਇੱਕ ਮੈਂ ਤੇ ਇੱਕ ਸਾਡੀ ਖਾਣਾ ਬਣਾਉਣ ਵਾਲੀ ਬੀਬੀ ਸੁਖਦੇਵ ਕੌਰ। ਇਹ ਸਾਡੇ ਸਕੂਲ ਰੂਪੀ ਪਰਿਵਾਰ ਦੇ ਜੀ ਨੇ। 2 ਕੁ ਮਹੀਨਾ ਪਹਿਲਾਂ HT ਮੈਡਮ ਦੀ ਤਰੱਕੀ ਹੋਣ ਕਾਰਨ ਉਹ ਦੂਸਰੇ ਸਕੂਲ ਤੁਰ ਗਏ। ਕਰੋਨਾ ਦੇ ਭੈ ਤੇ ਸਰਕਾਰੀ ਹੁਕਮਾਂ ਕਾਰਨ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਤੇ ਪਾਬੰਦੀ ਹੈ। ਇਸ ਲਈ ਅਧਿਆਪਕ ਸਕੂਲਾਂ ਵਿੱਚ ਵੀ ਬੱਚਿਆਂ ਦੀ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਕਰ ਰਹੇ ਹਨ। ਮੇਰੇ ਸਕੂਲ ਵਿੱਚ ਜਮਾਤ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਭਾਵੇਂ ਸਾਡੇ ਸਕੂਲ 'ਚ ਗ੍ਰਾਂਟ ਇੱਕ ਕਮਰੇ ਦੇ ਨਿਰਮਾਣ ਲਈ ਹੀ ਆਈ ਹੈ, ਪਰੰਤੂ ਪਿੰਡ ਵਾਸੀਆਂ ਨਾਲ ਵਿਚਾਰ ਵਟਾਂਦਰਾ ਕਰ ਉਹਨਾਂ ਦੇ ਸਹਿਯੋਗ ਨਾਲ ਇੱਕ ਦਫ਼ਤਰ ਵੀ ਤਿਆਰ ਕਰਵਾਇਆ ਜਾ ਰਿਹਾ ਹੈ। ਮਿਸਤਰੀ ਗੁਆਂਢੀ ਪਿੰਡ ਤੋਂ ਆਉਂਦਾ ਹੈ। ਹਾਏ ਕਿੰਨੀ ਖੂਬਸੂਰਤ ਚਿੱਠੀ ਲਿਖੀ ਹੈ। ਮੈਨੂੰ ਉਹ ਯਾਦ, ਮਾਫ ਕਰਨਾ ਮੈਂ ਰੋਕ ਕੇ ਕਰ ਰਹੀ ਹਾਂ, ਮੈਨੂੰ ਉਹ ਯਾਦ ਆ ਰਿਹਾ ਹੈ। ਭੂਆ ਨੂੰ ਮਿਲਣ ਜਾਂਦਾ ਹੈ, ਜਦੋਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਆ ਭੂਆ, ਉਹਦੇ ਵਿੱਚੋਂ ਜਦੋਂ ਮਿਲਣ ਜਾਂਦੇ ਆ ਨਾ ਵੀ ਹਾਂ ਭੂਆ ਕੀ ਸੁੱਖ ਸਨ, ਹਾਂ ਮੈਂ ਇਸ ਦਾ ਕਟਰੂ ਮਰ ਗਿਆ, ਉਹਦੇ ਬੱਚਾ ਹੋਣ ਵਾਲਾ ਸੀ, ਬੱਚਾ ਮਰ ਗਿਆ, ਹਾਂ ਪੁੱਤ ਬਾਕੀ ਠੀਕ ਠਾਕ ਹੈ। ਮਤਲਬ ਮੈਨੂੰ ਉਹ ਇੰਨੀ ਸੋਹਣੀ ਚਿੱਠੀ ਲੱਗ ਰਹੀ ਹੈ। ਮਿਸਤਰੀ ਗੁਆਂਢੀ ਪਿੰਡ ਤੋਂ ਆਉਂਦਾ ਹੈ ਤੇ ਉਹਦੇ ਨਾਲ 2 ਮਜ਼ਦੂਰ ਉਸਦੇ ਮੋਟਰਸਾਈਕਲ ਦੀ ਝੂਟੀ ਲੈਂਦੇ, ਗੱਲਾਂ ਬਾਤਾਂ ਕਰਦੇ ਸਕੂਲ ਪੁੱਜ ਜਾਂਦੇ ਹਨ। ਕੁਝ ਦਿਨ ਪਹਿਲਾਂ ਪਿੰਡ ਦਾ ਇੱਕ ਦਿਹਾੜੀਦਾਰ ਮਿਸਤਰੀ ਕੋਲ ਆ ਕੇ ਹੱਥ ਜੋੜ ਮਿੰਨਤਾਂ ਤਰਲੇ ਕਰਨ ਲੱਗਿਆ ਕਿ ਮੈਨੂੰ ਦਿਹਾੜੀ ਤੇ ਰੱਖ ਲਓ। ਮਿਸਤਰੀ ਨੇ ਆਖਦਿਆਂ ਕੋਰਾ ਜਵਾਬ ਦਿੱਤਾ ਕਿ ਮੈਂ ਮਜ਼ਦੂਰ ਪੱਕੇ ਰੱਖੇ ਹੋਏ ਨੇ, ਜੇਕਰ ਲੋੜ ਪਈ ਤਾਂ ਤੈਨੂੰ ਸੁਨੇਹਾ ਭੇਜ ਦਿਆਂਗੇ। 2 ਕੁ ਦਿਨਾਂ ਬਾਅਦ ਜਦੋਂ ਮਿਸਤਰੀ ਤੇ ਮਜ਼ਦੂਰ ਕੰਮ ਤੇ ਆ ਰਹੇ ਸਨ, ਉਹਨਾਂ ਦੇ ਮੋਟਰਸਾਈਕਲ ਵਿੱਚ ਕਿਧਰੋਂ ਇੱਕ ਕੁੱਤਾ ਆ ਕੇ ਵੱਜਿਆ। ਉਹ ਸੰਭਲਦੇ ਹੋਏ ਵੀ ਡਿੱਗ ਪਏ। ਮਿਸਤਰੀ ਦਾ ਭਾਵੇਂ ਬਚਾਅ ਹੋ ਗਿਆ, ਪਰ ਮਜ਼ਦੂਰਾਂ ਦੇ ਚੰਗੀਆਂ ਸੱਟਾਂ ਲੱਗੀਆਂ, ਜਿਸ ਕਾਰਨ ਉਹ ਕੰਮ ਤੇ ਨਹੀਂ ਆ ਸਕੇ। ਮਿਸਤਰੀ ਨੇ ਸਕੂਲ ਪੁੱਜ ਕੁੱਕ ਆਂਟੀ ਸੁਖਦੇਵ ਕੌਰ ਨੂੰ ਉਸ ਦਿਹਾੜੀਦਾਰ ਨੂੰ ਬੁਲਾਉਣ ਲਈ ਘੱਲਿਆ, ਜਿਹੜਾ ਥੋੜੇ ਦਿਨ ਪਹਿਲਾਂ ਦਿਹਾੜੀ ਲਈ ਹਾੜੇ ਕੱਢ ਰਿਹਾ ਸੀ। ਜਦੋਂ ਆਂਟੀ ਉਹਦੇ ਘਰ ਗਈ, ਉਹ ਦਾਰੂ ਨਾਲ ਗੜੁੱਚ ਹੋਇਆ ਮੰਜੇ ਤੇ ਪਿਆ ਅਵਾ ਤਵਾ ਬੋਲ ਰਿਹਾ ਸੀ। ਜਦੋਂ ਆਂਟੀ ਨੇ ਉਹਨੂੰ ਕੰਮ ਬਾਰੇ ਪੁੱਛਿਆ ਤਾਂ ਆਕੜ ਕੇ ਜਵਾਬ ਦਿੰਦਿਆਂ ਕਹਿਣ ਲੱਗਾ, ਵੋਟਾਂ ਤੋਂ ਬਾਅਦ 'ਚ ਦੇਖਾਂਗੇ ਹੈ। ਉਹਦੀ ਘਰਵਾਲੀ ਜਿਹੜੀ ਗੂੰਗੀ ਤੇ ਬੋਲੀ ਹੈ, ਆਪਣੇ ਹਾਵਾਂ ਭਾਵਾਂ ਨਾਲ ਆਂਟੀ ਨੂੰ ਉਹਦੇ ਬਾਰੇ ਸਮਝਾਉਣ ਲੱਗੀ ਕਿ ਹੁਣ ਇਹ ਦਿਹਾੜੀ ਤੇ ਨਹੀਂ ਜਾਂਦਾ, ਅਸੀਂ ਤੇ ਰੋਟੀ ਦੀ ਬੁਰਕੀ ਤੋਂ ਵੀ ਔਖੇ ਹੋਏ ਪਏ ਹਾਂ। ਉਹ ਉਸ ਦਿਹਾੜੀਦਾਰ ਦੇ ਇਨਕਾਰ ਤੋਂ ਬਾਅਦ 'ਚ ਮਿਸਤਰੀ ਮਜ਼ਦੂਰਾਂ ਨੂੰ ਕਿਧਰੋਂ ਹੋਰ ਪਾਸਿਓਂ ਲੈ ਆਇਆ, ਕੰਮ ਤਾਂ ਕਰਨਾ ਹੀ ਸੀ। ਨਿੱਕੀ ਧੁੱਪ ਦੀ ਬੁੱਕਲ 'ਚ ਮੈਂ ਆਪਣਾ ਮੇਜ਼ ਤੇ ਕੁਰਸੀ ਡਾਲ ਲਈ ਤੇ ਰਜਿਸਟਰਾਂ ਦੇ ਅਧੂਰੇ ਕੰਮ ਨਿਬੇੜ ਕੇ ਬੱਚਿਆਂ ਨਾਲ ਫੋਨ ਤੇ ਰਾਬਤਾ ਕਾਇਮ ਕਰ ਉਹਨਾਂ ਨੂੰ ਕੰਮ ਕਰਵਾਉਣ ਲੱਗੀ। ਚੋਣਾਂ ਦੇ ਤਿਉਹਾਰ ਦੇ ਜਸ਼ਨਾਂ ਦੀਆਂ ਹਾਮੀਆਂ ਭਰਦੀਆਂ ਗੱਡੀਆਂ ਕਦੇ ਕਿਸੇ ਉਮੀਦਵਾਰ ਦੀਆਂ ਵਿਸ਼ੇਸ਼ਤਾ ਦੱਸਦੀਆਂ ਤੇ ਕਦੇ ਕਿਸੇ ਉਮੀਦਵਾਰ ਦੇ ਸੋਹਲੇ ਗਾਉਂਦੀਆਂ ਕੋਲੋਂ ਲੰਘਦੀਆਂ ਨੇ। ਸਾਰਾ ਦਿਨ ਗਾਹ ਪਾਈ ਰੱਖਿਆ। ਜਦੋਂ ਰੌਲਾ ਪਾਉਂਦਿਆਂ ਗੱਡੀਆਂ ਲੰਘਦੀਆਂ, ਉਦੋਂ ਮਨ 'ਚ ਅਜੀਬ ਵਿਚਾਰ ਧੱਕੇ ਨਾਲ ਖੌਰੂ ਪਾਉਣ ਲੱਗਦੇ ਕਿ ਕੀ ਬਣੂ ਆਮ ਬੰਦੇ ਦਾ ਇਹਨਾਂ ਚੋਣਾਂ ਤੋਂ ਬਾਅਦ 'ਚ। ਇੰਨੇ ਨੂੰ ਬਾਹਰ ਕਿਸੇ ਦੀਆਂ ਉੱਚੀਆਂ ਲਲਕਾਰਿਆਂ ਦੀਆਂ ਆਵਾਜ਼ਾਂ ਕੰਨਾਂ ਨੂੰ ਹੋਰ ਪਰੇਸ਼ਾਨ ਕਰਨ ਲੱਗੀਆਂ। ਮੈਂ ਝੋਟਾ ਜੱਟ ਆ ਜਾਓ, ਕਿਹਨੇ ਪੰਗਾ ਲੈਣਾ ਦੇਖ ਲਓ ਆ ਕੇ।
ਹੋਰ ਪਤਾ ਨਹੀਂ ਕੀ ਜੋ ਮੂੰਹ ਆਇਆ ਉਹ ਬੋਲ ਰਿਹਾ ਸੀ। ਗਾਲਾਂ ਦਾ ਤਾਂ ਜਿਵੇਂ ਹੜ ਆਇਆ ਪਿਆ ਸੀ। ਮੈਨੂੰ ਉਸ ਵਿਅਕਤੀ ਤੇ ਤਰਸ ਵੀ ਆ ਰਿਹਾ ਸੀ ਕਿ ਵੱਖੋ ਵੱਖਰੇ ਉਮੀਦਵਾਰਾਂ ਤੇ ਗੁੱਸਾ ਵੀ। ਉਸ ਤੇ ਤਰਸ ਇਸ ਲਈ ਆ ਰਿਹਾ ਸੀ ਕਿਉਂਕਿ ਇਹ ਨੌਜਵਾਨ ਹਾਕੀ ਦਾ ਤਕੜਾ ਖਿਡਾਰੀ ਸੀ। BA ਪਾਸ ਕਰ ਰੁਜ਼ਗਾਰ ਲਈ ਧੱਕੇ ਖਾਂਦਿਆਂ ਬੇਰੁਜ਼ਗਾਰੀ ਦੇ ਤਿੱਖੇ ਜਬਾੜਿਆਂ 'ਚ ਇੰਨਾ ਪੁਰੁੰਨਿਆ ਗਿਆ ਕਿ ਆਪਣੀ ਲੜ ਖੜਾਉਂਦੀ ਜ਼ਿੰਦਗੀ ਨੂੰ ਤਾਂ ਕੀ ਸੰਭਾਲਣਾ ਸੀ, ਨਸ਼ਿਆਂ ਦੀ ਰਾਹ ਤੇ ਤੁਰ ਕੇ ਆਪਣੇ ਪੁਰਖਾਂ ਦੇ ਲਹੂ ਪਸੀਨੇ ਨਾਲ ਬਣਾਈ ਮਾਂ ਵਰਗੀ ਜ਼ਮੀਨ ਵੀ ਗੁਆ ਬੈਠਿਆ। ਹੁਣ ਦਿਹਾੜੀਆਂ ਕਰਦਾ ਲੋਕਾਂ ਦੇ ਖੇਤਾਂ 'ਚ ਜੱਟ ਪੁਣੇ ਜਿਉਂ ਉੱਠਦਾ 2-4 ਪੈਗ ਲਾਉਣ ਤੋਂ ਬਾਅਦ ਲਲਕਾਰੇ ਮਾਰਦਾ ਰਹਿੰਦਾ। ਉਂਝ ਸੋਚ ਕੇ ਵੀ ਬੜੀ ਹੈਰਾਨੀ ਹੁੰਦੀ ਕਿ ਸਾਰੇ ਉਮੀਦਵਾਰ ਆਖਦੇ ਅਸਾਂ ਨਸ਼ਿਆਂ ਦਾ ਬਾਈਕਾਟ ਕੀਤਾ, ਸ਼ਰਾਬ ਪੀਣ ਵਾਲਿਆਂ ਨੂੰ ਸਾਡੀ ਪਾਰਟੀ ਮੂੰਹ ਨਹੀਂ ਲਾਉਂਦੀ। ਮੇਰੀਆਂ ਸੋਚਾਂ ਮੁੜ-ਮੁੜ ਮੇਰੇ ਦਿਮਾਗ 'ਚ ਹੱਥ ਪੈਰ ਮਾਰਦੀਆਂ ਮੈਨੂੰ ਹਲੂਣਦੀਆਂ ਰਹੀਆਂ ਕਿ ਫਿਰ ਇਹਨਾਂ ਨੌਜਵਾਨਾਂ ਕੋਲ ਵੋਟਾਂ ਵੇਲੇ ਮੁਫਤ ਦੀ ਦਾਰੂ ਕਿੱਥੋਂ ਆਉਂਦੀ ਹੈ। ਮਿਲਾਂਗੇ ਫਿਰ ਇੱਕ ਚਿੱਠੀ ਨਾਲ। ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਨਦੀਪ ਰਿੰਪੀ, ਰੂਪਨਗਰ। ਕੀ ਕਹੋਗੇ ਹੁਣ? ਮਨਦੀਪ ਰਿੰਪੀ ਜੀ, ਵਾਕਈ ਉਹਨਾਂ ਨੇ ਇੱਕ ਨਾ ਪੂਰਾ ਦ੍ਰਿਸ਼ ਪੇਸ਼ ਕਰ ਦਿੱਤਾ ਵੀ ਜੋ ਹੋਇਆ ਜਾਂ ਉਹਨਾਂ ਨੇ ਫੀਲ ਕੀਤਾ, ਹਨਾ। ਜਦੋਂ ਚੋਣਾਂ ਦਾ ਜਿਹੜਾ ਤਿਉਹਾਰ ਹੈ ਲਾ ਲਓ ਜਿਹੜਾ ਹੋਇਆ ਸੀ, ਹੁਣ ਤਾਂ ਚਲੋ ਸ਼ਾਂਤ ਹੋ ਗਿਆ। ਉਹਨਾਂ ਨੇ ਐਡਵਰਟਾਈਜ਼ ਕਰਨੀ ਆਪਣੀ ਤਾਂ ਫਿਰ ਉਹ ਪਤਾ ਨਹੀਂ ਕੀ ਕੁਛ ਨਹੀਂ ਬੋਲਦੇ, ਕੀ ਕੁਛ ਨਹੀਂ ਕਹਿੰਦੇ, ਹਨਾ। ਜੋ ਆਂਦਾ ਵੀ ਹਾਂ ਬਸ ਆਪਣੇ ਵੱਲੋਂ ਸਾਰੀਆਂ ਤਰੀਕੇ ਨਾਲ ਸਭ ਨੂੰ ਸ਼ਾਂਤ ਬਿਠਾ ਦੇਣਾ ਹੈ। ਵਿਆਹ ਕਰਾਂਗੇ ਵੱਡੇ ਵੱਡੇ ਸ਼ੋਅ ਬਟ ਕੁਛ ਨਹੀਂ ਹੈਗਾ। ਗੱਲ ਬਿਲਕੁਲ ਸਹੀ ਹੈ, ਸੱਚ ਹੈ ਵੀ ਹਾਂ ਉਹ ਚੀਜ਼ਾਂ ਚਾਹੇ ਜਿੰਨੇ ਮਰਜ਼ੀ ਲੋਕੀ ਕਹਿ ਦੇਣ ਵੀ ਹਾਂ ਵੀ ਅਸੀਂ ਨਹੀਂ ਕਰਦੇ ਬਟ ਹੁੰਦਾ ਸਾਰਾ ਕੁਛ ਹੈ, ਹੁੰਦਾ ਸਰੇਆਮ ਹੈ। ਜੇ ਬੋਤਲਾਂ ਪਹੁੰਚਦੀਆਂ, ਸ਼ਰਾਬੀ ਪੀਂਦੇ ਆ, ਫਰੀ ਦੇ ਫਾਂਡੇ ਦੇ ਪੀਂਦੇ ਆ, ਤਾਂ ਫਿਰ ਉਹ ਪਹੁੰਚਦੀਆਂ ਵੀ ਹੈ ਤੇ ਸਾਰਾ ਕੁਝ ਆਪਣੇ ਸਾਹਮਣੇ ਹੁੰਦਾ। ਫਿਰ ਵੀ ਕੀ ਕਰੀਏ, ਆਪਣਾ ਫਰਜ਼ ਆਪਣੇ ਆਪਣੇ ਤਰੀਕੇ ਨਾਲ ਸਾਰੇ ਨਿਭਾਈ ਜਾ ਰਹੇ ਨੇ। ਕਿਸੇ ਦਾ ਕੋਈ ਉਹ ਆਪਣਾ ਕਰ ਰਹੇ, ਕੋਈ ਆਪਣਾ ਕਰ ਰਿਹਾ ਹੋ ਜਾਏ, ਕਿਸੇ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਕਿਸੇ ਦੀ ਸੋਚ ਨਹੀਂ ਲਾ ਸਕਦੇ। ਹਾਂ, ਉਹ ਐਕਚੁਅਲੀ ਮਤਲਬ ਵਿੱਚੋਂ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੈ, ਸ਼ਰੇਆਮ ਚੱਲਦਾ ਹੈ। ਤੇ ਇਹਨਾਂ ਨੂੰ ਇਹ ਬੇਰੁਜ਼ਗਾਰ ਨੌਜਵਾਨ ਨੇ ਚਾਹੇ ਇਹ ਦਿਹਾੜੀਦਾਰ ਨੇ, ਇਹਨਾਂ ਨੂੰ ਨਕੰਮੇ ਤਾਂ ਬਣਾ ਹੀ ਦਿੱਤਾ ਹੋਇਆ। ਇੰਨੇ ਸਾਲ ਹੋ ਗਏ ਇਹਨਾਂ ਨੂੰ ਲਾਲਚ ਦੇ ਕੇ ਲੋਕਾਂ ਦੀ ਬਰਬਾਦੀ ਕੀਤੀ ਜਾ ਰਹੀ ਸੀ। ਤੇ ਹੁਣ ਜੇ ਇਸ ਵਾਰ ਅੱਖਾਂ ਖੁੱਲ ਗਈਆਂ ਹੁਣ ਲੋਕਾਂ ਦੀਆਂ ਤਾਂ ਫਿਰ ਬਹੁਤ ਭਲੀ ਗੱਲ ਆ, ਨਹੀਂ ਕੋਈ ਬਚਾ ਨਹੀਂ ਸਕਦਾ ਜੀ। ਖੈਰ ਚਲੋ ਤੁਸੀਂ ਆਪਣੀ ਅਗਲੀ ਚਿੱਠੀ ਪੜ੍ਹੋ ਤਾਂ ਕਿ ਦੇਖੀਏ ਕੀ ਕਿਹਾ ਤੁਹਾਡੇ ਦੋਸਤ। ਜੀ ਬਿਲਕੁਲ। ਮੇਰੇ ਕੋਲ ਅਗਲੀ ਚਿੱਠੀ ਆਈ ਹੈ ਅੰਮ੍ਰਿਤਸਰ ਤੋਂ, ਤਹਿਸੀਲ ਅਜਨਾਲਾ, ਮਨਿੰਦਰ ਕੌਰ ਜੀ ਹੈਗੇ ਆ। ਬਹੁਤ ਸਤਿਕਾਰਯੋਗ ਮੈਡਮ ਦੀਪ ਸੰਧੂ ਜੀ ਤੇ ਮੈਡਮ ਰਣਜੀਤ ਸਵੀ ਜੀ, ਸਤਿ ਸ਼੍ਰੀ ਅਕਾਲ। ਮੈਂ ਚਿੱਠੀ ਮਾਂ ਬੋਲੀ ਨਾਲ ਸਾਂਝ ਬਾਰੇ ਲਿਖ ਕੇ ਭੇਜ ਰਹੀ ਹਾਂ। ਮਨੁੱਖ ਨੇ ਕਦੋਂ ਤੇ ਕਿਵੇਂ ਬੋਲਣਾ ਸਿੱਖਿਆ, ਇਹ ਬੜੀ ਦਿਲਚਸਪ ਕਹਾਣੀ ਹੈ। ਅੱਜ ਤੋਂ ਲੱਖਾਂ ਸਾਲ ਪਹਿਲਾਂ ਜਦੋਂ ਮਨੁੱਖ ਇਸ ਧਰਤੀ ਤੇ ਪੈਦਾ ਹੋਇਆ ਤਾਂ ਲੰਬੀ ਵਿਕਾਸ ਯਾਤਰਾ ਵਿੱਚੋਂ ਉਸਨੇ ਜਿਹੜੀਆਂ ਮੱਲਾਂ ਮਾਰੀਆਂ ਜਾਂ ਕਾਢਾਂ ਕੱਢੀਆਂ, ਉਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਦੁਨੀਆ ਵਾਸਤੇ ਹਰ ਮਨੁੱਖ ਦੀ ਮਾਂ ਬੋਲੀ ਹੁੰਦੀ ਹੈ। ਮਾਂ ਉਹ ਬੋਲੀ ਜਿਹੜੀ ਗੁੜਤੀ ਸਾਨੂੰ ਮਾਂ ਦੇ ਦੁੱਧ ਤੋਂ ਮਿਲਦੀ ਹੈ। ਪਰ ਇਸ ਤੋਂ ਅਗਾਂਹ ਜਾ ਕੇ ਡੂੰਘਾਈ 'ਚ ਜਾ ਕੇ ਗੱਲ ਕਰੀਏ ਤਾਂ ਮਾਂ ਦੀ ਕੁੱਖ 'ਚ ਪਲ ਰਿਹਾ ਬੱਚਾ ਮਾਂ ਦੀ ਬੋਲੀ ਸੁਣਨ ਤੇ ਸਮਰਥ ਹੁੰਦਾ। ਬੱਚੇ ਨੂੰ ਕੁੱਖ ਵਿੱਚ ਹੀ ਪੂਰਨ ਹੁੰਦਿਆਂ 9 ਮਹੀਨੇ ਦਾ ਸਮਾਂ ਲੱਗਦਾ ਹੈ ਤੇ ਉਸ ਦੀ ਯਾਤਰਾ ਇੱਕ ਨਿੱਕੇ ਜਿਹੇ ਸੈੱਲ ਤੋਂ ਸ਼ੁਰੂ ਹੁੰਦੀ ਹੈ। ਲਗਭਗ 6 ਮਹੀਨਿਆਂ ਦੀ ਯਾਤਰਾ ਤੋਂ ਬਾਅਦ ਉਸਦੇ ਨਿੱਕੇ ਨਿੱਕੇ ਕੰਨ ਉਗਾਉਂਦੇ ਹਨ ਤੇ ਨਿੱਕਾ ਜਿਹਾ ਸਿਰ ਇਹਨਾਂ ਧੁਨੀਆਂ ਨੂੰ ਸੁਣਨ ਦੀ ਆਗਿਆ ਦਿੰਦਾ ਹੈ। ਮਾਂ ਦਾ ਭੈ, ਉਲਾਸ, ਖੁਸ਼ੀ, ਲੈ, ਗੰਭੀਰਤਾ ਨੂੰ ਅਤੇ ਮਾਂ ਦੀ ਹਰ ਆਵਾਜ਼ ਨੂੰ ਸੁਣਦਾ ਹੈ। ਸ਼ਾਇਦ ਮਾਂ ਦੇ ਨਾਲ ਉਸਦੀ ਬੋਲੀ ਨਾਲ ਇੰਨਾ ਗੂੜਾ ਰਿਸ਼ਤਾ ਹੋ ਜਾਂਦਾ ਹੈ। ਸਾਂਭ ਕੇ ਰੱਖਣ ਦੀ ਲੋੜ ਨਵੀਂ ਪਨੀਰੀ ਨੂੰ ਜਾਣੂ ਕਰਵਾਉਣ ਦੀ ਲਾਜ਼ਮੀ ਹੈ। ਦੁੱਖ ਦੀ ਗੱਲ ਹੈ ਕਿ ਬੱਚੇ ਇਸ ਤੋਂ ਵਿਹੂਣੇ ਹੋ ਰਹੇ ਹਨ, ਬਸ਼ਰਤੇ ਕਿ ਠੇਠ ਪੰਜਾਬੀ ਮੁਹਾਂਦਰੇ ਨੂੰ ਭੁੱਲੇ। ਇਸ ਗੁਰੂਆਂ ਦੀ ਬੋਲੀ ਨੂੰ, ਪੈਗੰਬਰਾਂ ਦੀ ਬੋਲੀ ਨੂੰ ਬਚਾਉਣ ਦੀ ਲੋੜ ਹੈ। ਧੰਨਵਾਦ ਸਰ। ਮਨਿੰਦਰਜੀਤ ਕੌਰ, ਪਿੰਡ ਮਹਿਲਾਵਾਲ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਪੰਜਾਬੀਅਤ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਨ ਵਾਲੇ ਅਜਿਹੇ ਸ਼ਖਸ ਨੂੰ ਤਹਿ ਦਿਲੋਂ ਸਜਦਾ
ਵਾਕਈ ਤੁਹਾਨੂੰ ਯਾਦ ਹੈ ਸਵੀ ਜੀ, ਆਪਾਂ ਪਹਿਲਾ ਐਪੀਸੋਡ ਕਿਹੜਾ ਕੀਤਾ ਸੀ? ਬੋਲੀ ਤੇ ਕੀਤਾ ਸੀ ਨਾ? ਮਾਂ ਬੋਲੀ ਤੇ। ਬਸ ਬਿਲਕੁਲ। ਤੁਸੀਂ ਦੱਸੋ, ਯਾਦ ਕਰੋ, ਦੱਸੋ ਕੀ ਕਹਿ ਆਪਾਂ ਇਹਨਾਂ ਨਾਲ ਗੱਲ ਕੀਤੀ ਕਿ ਪਤਾ ਨਹੀਂ ਲੋਕ ਕਿਉਂ ਨਹੀਂ ਆਪਣੀ ਬੋਲੀ ਨੂੰ ਬੋਲਣਾ ਪਸੰਦ ਕਰਦੇ। ਮੈਂ ਇੱਕ ਉਦੋਂ ਵੀ ਉਦਾਹਰਣ ਦਿੱਤੀ ਸੀ ਜੋ ਇਹਨਾਂ ਨੇ ਇੰਨੀ ਖੂਬਸੂਰਤੀ ਦੇ ਨਾਲ ਬਿਆਨਿਆ ਹੈ। ਮੈਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਮੈਂ ਥੋੜੀ ਨਿੱਕੀ ਹੁੰਦੀ ਸੀ, ਇੰਨੀ ਵੀ ਨਿੱਕੀ ਨਹੀਂ ਸੀ ਹੁੰਦੀ, ਕਿ ਜਦੋਂ ਵੈਨਜ਼ੂਏਲਾ ਦੀਆਂ ਮਿਸ ਵਰਲਡ ਬਣੀਆਂ ਜੀ, ਮੈਂ ਆਪਣੇ ਮੰਮੀ ਪਾਪਾ ਦੇ ਨਾਲ ਜਦੇ ਸ਼ੇਅਰ ਕਰਦੀ ਹੁੰਦੀ ਸੀ ਗੱਲ। ਟੀਵੀ ਉਦੋਂ ਬਲੈਕ ਐਂਡ ਵਾਈਟ, ਨੀਲੇ ਨੀਲੇ ਹੁੰਦੇ ਸੀ, ਬਹੁਤ ਸਮੇਂ ਪਹਿਲਾਂ ਦੀ ਗੱਲ, ਪਹਿਲੇ ਜਦੋਂ ਟੀਵੀ ਆਏ ਸੀ 70 ਸਨ ਦੇ ਵਿੱਚ, ਤੇ ਉਦੋਂ ਚਲੋ ਤਾਜ ਦਿਖਦਾ ਸੀ ਚਮਕਦਾ, ਉਹ ਦਿਖਦੀਆਂ ਹੁੰਦੀਆਂ ਸੀ ਦੂਰਦਰਸ਼ਨ, ਦਿੱਲੀ ਦੂਰਦਰਸ਼ਨ ਵਾਲਿਆਂ ਤੇ ਰਿਲੇ ਹੁੰਦਾ ਸੀ ਸਾਰਾ। ਤੇ ਮੈਂ ਪਾਪਾ ਨੂੰ ਇੱਕ ਸਵਾਲ ਕੀਤਾ ਵਾ, ਆਪਣੇ ਮੰਮੀ ਪਾਪਾ ਨੂੰ, ਪਾਪਾ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ, ਇਹ ਆਪਣੀ ਭਾਸ਼ਾ ਦੇ ਵਿੱਚ ਬੋਲ ਰਹੀ ਹੈ। ਕਹਿੰਦੇ ਪੁੱਤਰ, ਤਰਾਸ ਦੀ ਆਪਣੇ ਦੇਸ਼ ਦੀ, ਜਿਵੇਂ ਰਾਸ਼ਟਰੀ ਭਾਸ਼ਾ ਹਿੰਦੀ ਹੈ, ਬਿਲਕੁਲ ਲੋਕ ਆਪਣੀ ਭਾਸ਼ਾ ਕੀ, ਆਪਾਂ ਪੰਜਾਬ 'ਚ ਰਹਿੰਦੇ ਹਾਂ, ਹਰਿਆਣੇ ਵਾਲਿਆਂ ਦੀ ਹਰਿਆਣਵੀ ਹੈ, ਹਰੇਕ ਉਹਨਾਂ ਨੇ ਗਣਾਤਾ ਕਿ ਆਪਣੀ ਭਾਸ਼ਾ ਕੀ ਹੈ, ਪੰਜਾਬੀ। ਤਰਾਸ ਦੀ ਕਿ ਲੋਕ ਆਪਣੀ ਭਾਸ਼ਾ ਬੋਲਣਾ ਪਸੰਦ ਨਹੀਂ ਕਰਦੇ। ਤੁਸੀਂ ਇੱਕ ਵੈਲ ਐਜੂਕੇਟਿਡ ਹੋਣ ਦੇ ਨਾਤੇ ਜਾਂ ਨੌਲੇਜ ਹੋਣ ਦੇ ਨਾਤੇ ਇੱਕ ਤੁਹਾਨੂੰ ਆਉਣੀਆਂ ਚਾਹੀਦੀਆਂ ਭਾਸ਼ਾਵਾਂ, ਵੀ ਉਹ ਗੱਲ ਅਲੱਗ ਹੈ ਕਿ ਤੁਹਾਨੂੰ ਆਉਣੀਆਂ ਚਾਹੀਦੀਆਂ, ਪਰ ਬੋਲੋ ਤੁਸੀਂ ਆਪਣੀ ਭਾਸ਼ਾ, ਮਾਤ ਭਾਸ਼ਾ। ਜੇ ਤੁਸੀਂ ਵਿਦੇਸ਼ੀਆਂ ਨਾਲ ਗੱਲ ਕਰਨੀ ਹੈ ਵਿਦੇਸ਼ਾਂ 'ਚੋਂ, ਤਾਂ ਤੁਸੀਂ ਇੰਟਰਨੈਸ਼ਨਲ ਭਾਸ਼ਾ ਬੋਲੋ। ਤੁਹਾਨੂੰ ਹਿੰਦੀ ਆਉਣੀ ਜ਼ਰੂਰੀ ਹੈ, ਕਿਉਂਕਿ ਉਹ ਤੁਹਾਡੀ ਰਾਸ਼ਟਰੀ ਭਾਸ਼ਾ, ਜਿਸ ਦੇਸ਼ ਦੇ ਤੁਸੀਂ ਵਾਸੀ ਹੋ। ਪਰ ਤੁਹਾਡੀ ਮਾਤ ਭਾਸ਼ਾ ਕੀ ਹੈ? ਤੁਸੀਂ ਕੀ ਆਪਣੇ ਮਾਂ-ਬਾਪ ਨੂੰ ਇੱਜ਼ਤ ਦਿਓਗੇ ਜੇ ਤੁਸੀਂ ਮਾਤ ਭਾਸ਼ਾ ਨਹੀਂ ਬੋਲੋਗੇ? ਇਹਨੇ ਵੈਨਜ਼ੂਏਲਾ ਦੀ ਮਾਤ ਭਾਸ਼ਾ ਬੋਲੀ ਆ। ਇਹ ਰੂਸ ਹੋਇਆ, ਇਹ ਹੋਇਆ, ਜਾਂ ਅਜਿਹੇ ਕੁਛ ਇੱਕ ਹੋਰ ਮੁਲਕ ਹੋਏ, ਇਹ ਲੋਕ ਆਪਣੀ ਮਾਤ ਭਾਸ਼ਾ ਨੂੰ ਪਹਿਲਾਂ ਅੱਗੇ ਰੱਖਦੇ। ਬਿਲਕੁਲ ਬਿਲਕੁਲ। ਔਰ ਵਿਕਾਸ ਵੀ, ਵੈਸੇ ਵੀ ਜੇ ਵਿਕਾਸ ਚੰਗੀ ਤਰ੍ਹਾਂ ਹੋਣਾ ਹੈ ਨਾ, ਤਾਂ ਉਹ ਮਾਤ ਭਾਸ਼ਾ ਦੇ ਵਿੱਚ ਹੀ ਹੋਏਗਾ। ਆਪਾਂ ਜਿੰਨੀਆਂ ਮਰਜ਼ੀਆਂ ਹੋਰ ਭਾਸ਼ਾਵਾਂ ਸਿੱਖੋ ਜ਼ਰੂਰ, ਉਸਨੂੰ ਹੋਣਾ ਚਾਹੀਦਾ, ਸਿੱਖੋ। ਇਹ ਕਦੇ ਜਾਣਾ ਪੈਂਦਾ, ਗੱਲ ਕਰਨੀ ਪੈਂਦੀ ਹੈ, ਉੱਥੇ ਸਿਰਫ ਭਾਸ਼ਾ ਦਾ ਮਤਲਬ ਇਹ ਹੁੰਦਾ ਕਿ ਆਪਣੀ ਗੱਲ ਉੱਥੇ ਤੱਕ ਪਹੁੰਚਾ ਸਕੀਏ। ਬਟ ਜਦੋਂ ਆਪਾਂ ਰਿਸਪੈਕਟ ਆਪਣੀ ਪੰਜਾਬੀ ਮਾਂ ਭਾਸ਼ਾ ਦੀ ਨਹੀਂ ਕਰਾਂਗੇ, ਮਾਤ ਭਾਸ਼ਾ ਦੀ, ਫਿਰ ਉਹੀ ਆ ਆਪਣੀ ਮਾਂ ਨੂੰ ਰੋਲਣ ਵਾਲਾ ਹੀ ਕੰਮ ਹੈ। ਮੈਨੂੰ ਕਈ ਵਾਰੀ ਕੈਨੇਡਾ, ਅਮਰੀਕਾ ਵਾਲੇ ਪਾਸੇ ਜਾਣ ਦਾ ਮੌਕਾ ਮਿਲਦਾ, ਇੰਗਲੈਂਡ ਵਗੈਰਾ, ਉੱਥੇ ਮੈਂ ਕਹਿੰਦੀ ਹਾਂ ਆਪਣੇ ਦੇਸ਼ 'ਚੋਂ ਗਏ ਹੋਏ ਪੰਜਾਬੀ ਲੋਕ ਇੰਨੇ ਅਵੇਅਰ ਨੇ ਆਪਣੀ ਮਾਤ ਭਾਸ਼ਾ ਦੇ ਪ੍ਰਤੀ ਕਿ ਉੱਥੋਂ ਦੇ, ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਨਾ ਮਾਣ ਤਾਣ ਬਖਸ਼ਿਆ ਕਿ ਗਲੀਆਂ ਦੇ ਨਾਂ ਵੀ ਪੰਜਾਬੀਆਂ 'ਚ ਲਿਖੇ ਹੋਏ ਨੇ। ਮੈਮ ਉੱਥੇ ਤਾਂ ਮੰਨ ਕੇ ਚੱਲੋ ਕਿ ਹੋਰ ਜਿਹੜੇ ਅੰਗਰੇਜ਼ੀ ਲੋਕ ਨੇ ਉਹ ਪੰਜਾਬੀ ਸਿੱਖ ਰਹੇ ਨੇ, ਉਹ ਸਗੋਂ ਮਾਣ ਮਹਿਸੂਸ ਕਰਦੇ ਨੇ ਵੀ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ। ਮੇਰੇ ਕੋਲ ਬਹੁਤ ਵਧੀਆ ਗੱਲਬਾਤ ਹੈ, ਮੈਂ 1 ਮਿੰਟ ਦੀ ਸੁਣਾਵਾਂਗੀ। ਇੱਕ ਵਿਆਹ ਦੇ ਵਿੱਚ ਮੈਂ ਇਸੇ ਤਰ੍ਹਾਂ ਗਈ ਤੇ ਇੰਗਲੈਂਡ ਵਾਲੇ ਹੀ ਅਸਲੀ ਗੋਰੇ ਨੇ, ਅੰਗਰੇਜ਼ ਨੇ, ਬਾਕੀ ਤੇ ਰਲਵੀਂ ਮਲਵੀਂ ਨਸਲਾਂ ਨੇ, ਤੇ ਉਹ ਵੀ ਉਸ ਵਿਆਹ ਦੇ ਵਿੱਚ ਆਏ ਹੋਏ ਸੀ, ਇੰਗਲੈਂਡ ਵਾਲੇ, ਤੇ ਅਮਰੀਕਾ ਵਾਲੇ ਵੀ ਆਏ ਹੋਏ ਸੀ, ਕੈਨੇਡਾ ਦੇ ਵਿੱਚ ਕੈਨੇਡਾ ਵਾਲੇ ਤਾਂ ਹੈ ਹੀ ਸੀ। ਤੇ ਬੈਠੇ ਜਦੋਂ ਉਹਨਾਂ ਨੇ ਦੇਖਿਆ ਵੀ ਇੱਕ ਗੋਰਾ ਬੜਾ ਮਜ਼ੇ ਨਾਲ ਇੱਧਰ ਉੱਧਰ ਬੜਾ ਤਾੜੀਆਂ ਵੀ ਵਜਾ ਰਿਹਾ ਜਦੋਂ ਕੋਈ ਨੱਚ ਰਿਹਾ ਜਾਂ ਬੜਾ ਇੰਜੋਏ ਕਰ ਰਿਹਾ ਹੈ ਨਾ, ਤੇ ਮੈਂ ਵੀ ਇੱਥੇ ਨੇੜੇ ਤੇੜੇ ਹੀ ਘੁੰਮ ਰਹੀ ਸੀ, ਮੇਰੀ ਕਜ਼ਨ ਦੀਆਂ ਬੇਟੀ ਦਾ ਵਿਆਹ ਸੀ, ਤੇ ਉਹ ਕਹੀ ਜਾਣ ਵਿੱਚ ਨੂੰ ਦੇਖ ਜਿਵੇਂ ਇਹਨੂੰ ਸਮਝ ਆਉਂਦੀ ਹੁੰਦੀ ਆ, ਉਹ ਬੰਦਾ ਬਿਲਕੁਲ ਨਜ਼ਦੀਕ ਹੀ, ਉਹ ਕਹਿੰਦਾ ਚੁੱਪ ਕਰ, ਕਾਹਨੂੰ ਬੋਲੀ ਉਹਨੂੰ, ਕਹਿੰਦਾ ਮਤਲਬ ਇਹੋ ਜਿਹੇ ਇਤਰਾਜ਼ਯੋਗ ਜਿਹੇ ਉਹਨੇ ਸ਼ਬਦ ਬੋਲੇ, ਤੇ ਕਹਿੰਦਾ ਐਂ ਕਰਦਾ ਐਕਟਿੰਗ, ਤਾਂ ਕਹਿੰਦਾ ਇਹ ਗੋਰੇ ਗੂਰੇ ਜਿਹੇ ਸਾਲੇ ਬੜੇ ਖਰਾਬ ਹੁੰਦੇ ਨੇ, ਕਹਿੰਦਾ ਪੂਰਾ ਉਹ ਕਰਦੇ ਨੇ, ਚਾਹੇ ਸਮਝ ਲੱਗੇ ਚਾਹੇ ਨਾ ਸਮਝ ਲੱਗੇ, ਹੈ ਨਾ। ਉਹ ਪਤਾ ਕੀ ਉਧਰ ਮੂੰਹ ਕਰਕੇ ਕਹਿੰਦਾ, ਸਤਿ ਸ਼੍ਰੀ ਅਕਾਲ ਸਰਦਾਰ ਜੀ, ਮੈਨੂੰ ਸਾਰੀ ਸਮਝ ਲੱਗਦੀ ਹੈ। ਪੰਜਾਬੀ 'ਚ ਬੋਲਿਆ ਉਹ ਬੰਦੇ ਦੀ ਫੂਕ ਨਿਕਲ ਗਈ, ਮੈਨੂੰ ਸਮਝ ਨਹੀਂ ਲੱਗੀ ਵੀ ਮੈਂ ਹੁਣ ਕੀ ਬੋਲਾਂ। ਉਹ ਫਟਾਫਟ ਪੰਜਾਬੀ ਦਾ ਉੱਤਰ ਪੰਜਾਬੀ 'ਚ ਨਾ ਦੇ ਕੇ ਅੰਗਰੇਜ਼ੀ 'ਚ ਜਵਾਬ ਦੇਣ ਲੱਗ ਗਿਆ। ਉਹ ਕਹਿੰਦਾ ਸਰਦਾਰ ਜੀ ਮੈਨੂੰ ਪੰਜਾਬੀ ਆਉਂਦੀ ਆ, ਮੇਰੀ ਭਾਸ਼ਾ ਨਾ ਬੋਲੋ।
ਉੱਥੋਂ ਹੀ ਉਸ ਲਾਣਤੀ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਉਹ ਬੰਦਾ ਜਿਹੜਾ ਕਿ ਹੋਰ ਵੀ ਮੇਰੇ ਕੋਲ ਇਹੋ ਜਿਹੀਆਂ ਘਟਨਾਵਾਂ ਹੈਗੀਆਂ ਫੇਰ ਕਿਤੇ ਸਹੀ। ਤੋ ਬਹੁਤ ਹੀ ਖੂਬਸੂਰਤ ਗੱਲਾਂ ਨੇ ਕਿ ਹੋਰ ਲੋਕ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਨੇ ਪਰ ਆਪਣੀ ਤਰਾਸਦੀ ਹੈ ਕਿ ਆਪਾਂ ਨਹੀਂ ਕਰਦੇ। ਬਿਲਕੁਲ ਜੀ ਬਿਲਕੁਲ ਤੇ ਜੀ। ਅਗਲੀ ਚਿੱਠੀ ਮੈਮ। ਹਾਂਜੀ, ਤੇ ਇੱਕ ਜਿਹੜੀ ਹੋਰ ਮੈਂ ਤੁਹਾਨੂੰ ਹੁਣ ਮੈਂ ਚਾਹੁੰਦੀ ਸੀ ਗੱਲ ਕਰਨਾ। ਜੀ ਜੀ ਇੱਕ ਜਿਹੜੇ ਹੋਰ ਚਿੱਠੀ ਆਈ ਹੈ, ਸਤਿਕਾਰਯੋਗ ਭੈਣ ਜੀ ਸਤਿ ਸ਼੍ਰੀ ਅਕਾਲ, ਰੰਗ FM ਦੀ ਸਮੁੱਚੀ ਟੀਮ ਤੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਸਾਹਮਣੇ ਸਮਾਜ ਦੀ ਪ੍ਰਵਿਰਤੀ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ ਕਿ ਕਿਵੇਂ ਸਮਾਜ ਵਿੱਚ ਸੱਚ ਦੀ ਆਵਾਜ਼ ਦਾ ਗਲਾ ਘੋਟਿਆ ਜਾਂਦਾ ਹੈ, ਕਿਵੇਂ ਕਿਸੇ ਨੂੰ ਰੋਲਿਆ ਜਾਂਦਾ ਹੈ। ਬਚਪਨ ਤੋਂ ਪੜ੍ਹਦੀ ਸੁਣਦੀ ਆ ਰਹੀ ਹਾਂ ਕਿ ਸੱਚ ਹਮੇਸ਼ਾ ਜ਼ਿੰਦਾ ਰਹਿੰਦਾ ਹੈ, ਹਮੇਸ਼ਾ ਮਿਹਨਤ ਦੀ ਕਦਰ ਹੁੰਦੀ ਹੈ। ਕੀ ਇਹ ਸਿਰਫ ਕਿਤਾਬਾਂ ਵਿੱਚ ਲਿਖਣ ਲਈ ਹੀ ਹੈ? ਕੀ ਇਸ ਗਿਆਨ ਦੀ ਵਰਤੋਂ ਅਸੀਂ ਦੂਜਿਆਂ ਲਈ ਹੀ ਕਰਦੇ ਹਾਂ? ਤੁਸੀਂ ਜ਼ਰਾ ਘਰ ਤੋਂ ਬਾਹਰ ਸਮਾਜ ਵਿੱਚ ਵਿਚਰ ਕੇ ਦੇਖੋ, ਸਭ ਸੱਚ ਸਾਹਮਣੇ ਆ ਜਾਂਦਾ ਹੈ। ਰਟੇ ਰਟਾਏ ਕਿਸੇ ਸਭ ਫੇਲ ਨਜ਼ਰ ਆਉਂਦੇ ਨੇ। ਇਮਾਨਦਾਰ ਵਿਅਕਤੀ ਜਾਇਜ਼ ਕੰਮ ਲਈ ਵੀ ਖੜੇ ਖੜੋਤੇ ਰਹਿ ਜਾਂਦੇ ਹਨ, ਜਦੋਂ ਕਿ ਨਾਜਾਇਜ਼ ਕੰਮ ਪਤਾ ਨਹੀਂ ਕਿਵੇਂ ਪੂਰੇ ਹੋ ਜਾਂਦੇ ਨੇ। ਅਗਰ ਕੋਈ ਸੱਚਾਈ ਦੇ ਰਸਤੇ ਤੇ ਚੱਲਣਾ ਚਾਹੇ ਤਾਂ ਉਸ ਨੂੰ ਉਲਝਾਇਆ ਜਾਂਦਾ ਹੈ। ਇਸੇ ਬਾਵਜੂਦ ਵੀ ਕੋਈ ਡਟਿਆ ਰਹਿੰਦਾ ਹੈ ਤਾਂ ਵੱਖ-ਵੱਖ ਤਰੀਕੇ ਕੱਢੇ ਜਾਂਦੇ ਨੇ। ਬਹੁਤ ਸਾਰੇ ਲੋਕ ਤਾਂ ਇਹਨਾਂ ਸਾਜ਼ਿਸ਼ਾਂ ਵਿੱਚ ਫਸ ਕੇ ਸਮਝੌਤੇ ਕਰ ਜਾਂਦੇ ਹਨ, ਪਰ ਕਈ ਸਵੈ ਅਭਿਮਾਨੀ ਲੋਕ ਮਾਨਸਿਕ ਤੌਰ ਤੇ ਟੁੱਟ ਜਾਂਦੇ ਨੇ, ਅਖੀਰ ਆਤਮ ਹੱਤਿਆ ਤੱਕ ਪਹੁੰਚ ਜਾਂਦੇ ਨੇ। ਪਰ ਕੀ ਉਹਨਾਂ ਨੂੰ ਇਸ ਹਾਲਤ ਤੱਕ ਪਹੁੰਚਾਉਣ ਲਈ ਜ਼ਿੰਮੇਵਾਰਾਂ ਲਈ ਕੋਈ ਸਜ਼ਾ ਹੈ? ਨਹੀਂ ਹੈ। ਇਸ ਬੇਜ਼ਮੀਰੇ ਸਮਾਜ ਵਿੱਚ ਆਪਣੇ ਜ਼ਮੀਰ ਨੂੰ ਜ਼ਿੰਦਾ ਰੱਖ ਕੇ ਵਿਚਰਨਾ ਬਹੁਤ ਔਖਾ ਹੈ, ਜਾਂ ਸਮਝ ਲਵੋ ਅੱਗ ਤੇ ਤੁਰਨ ਬਰਾਬਰ ਹੈ। ਪਰ ਜੇਕਰ ਸਵੈ ਅਭਿਮਾਨੀ ਔਰਤ ਹੋਵੇ ਉਸ ਲਈ ਤਾਂ ਹੋਰ ਜ਼ਿਆਦਾ ਮੁਸ਼ਕਿਲ ਹੈ, ਕਿਉਂਕਿ ਉਹ ਘਰ ਰਿਸ਼ਤੇ ਟੁੱਟਣ ਦੇ ਡਰ ਤੋਂ ਨਹੀਂ ਦੱਸਦੀ ਤੇ ਬਾਹਰ ਉਸ ਨੂੰ ਸਮਝੌਤੇ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਜ਼ਰੂਰੀ ਨਹੀਂ ਕਿ ਤੁਹਾਡੇ ਤੇ ਵਾਰ ਸਿੱਧੇ ਹੁੰਦੇ ਨੇ, ਅਸਿੱਧੇ ਰੂਪ ਵਿੱਚ ਵੀ ਅਪਣਾਏ ਜਾਂਦੇ ਹਨ। ਭੈਣ ਜੀ, ਮੈਂ ਇਸ ਚਿੱਠੀ ਰਾਹੀਂ ਕੁਝ ਕੁ ਸਵਾਲ ਕਰਨਾ ਚਾਹੁੰਦੀ ਹਾਂ ਉਹਨਾਂ ਨੂੰ ਜੋ ਆਪਣੀ ਜ਼ਮੀਰ ਵੇਚ ਕੇ ਅਹੁਦੇ ਖਰੀਦਦੇ ਨੇ ਤੇ ਕੁਰਸੀਆਂ ਪ੍ਰਾਪਤ ਕਰਦੇ ਨੇ, ਜੋ ਕਿਸੇ ਦੇ ਸਵੈ ਅਭਿਮਾਨ ਨੂੰ ਆਕੜ ਦੱਸਦੇ ਨੇ ਤੇ ਸਵੈ ਵਿਸ਼ਵਾਸ ਨੂੰ ਉਸ ਦਾ ਘਮੰਡ। ਪਹਿਲਾ, ਕੀ ਤੁਸੀਂ ਆਪਣੇ ਆਪ ਨੂੰ ਪਰਮਾਤਮਾ ਸਮਝਦੇ ਹੋ? ਅੱਜ ਜਿਸ ਅਹੁਦੇ ਤੇ ਹੋ ਕੱਲ ਕੋਈ ਹੋਰ ਹੋਵੇਗਾ, ਫਿਰ ਜ਼ਮੀਰ ਵੇਚ ਕੇ ਪਰਮਾਤਮਾ ਨੂੰ ਕਿਵੇਂ ਮੂੰਹ ਦਿਖਾਓਗੇ? ਦੂਸਰਾ, ਤੁਹਾਡੇ ਆਲੇ ਦੁਆਲੇ ਦਾ ਘੇਰਾ ਤੁਹਾਡੇ ਕਰਕੇ ਜਾਂ ਤੁਹਾਡੀ ਕੁਰਸੀ ਕਾਰਨ ਹੈ? ਤੀਸਰਾ, ਕੀ ਤੁਸੀਂ ਅਗਰ ਵਿਕੇ ਹੋਏ ਹੋ ਤਾਂ ਸਭ ਨੂੰ ਵਿਕਾਊ ਸਮਝਦੇ ਹੋ? ਯਾਦ ਰੱਖੋ, ਪਰਮਾਤਮਾ ਸਭ ਦਾ ਹੈ। ਸਭ ਪੱਥਰਾਂ ਥੱਲੇ ਦੱਬਣ ਵਾਲੇ ਨਹੀਂ ਹੁੰਦੇ, ਉੱਗਣ ਵਾਲੇ ਪੱਥਰ ਪਾੜ ਵੀ ਉੱਗ ਕੇ ਜਾਂਦੇ ਹਨ। ਅਖੀਰ ਮੈਂ ਇਹੀ ਕਹਾਂਗੀ ਕਿ ਸੱਚਾਈ ਇਮਾਨਦਾਰੀ ਕਦੇ ਮਰਦੀ ਨਹੀਂ, ਕਦੇ ਹਾਰਦੀ ਵੀ ਨਹੀਂ। ਇਸ ਰਸਤੇ ਤੇ ਭਾਵੇਂ ਭੀੜ ਨਹੀਂ ਹੁੰਦੀ, ਪਰ ਮੰਜ਼ਿਲ ਮਿਲਣਾ ਨਿਸ਼ਚਿਤ ਹੁੰਦਾ ਹੈ। ਮੁਸ਼ਕਲਾਂ ਮੁਸੀਬਤਾਂ ਵੀ ਆਉਂਦੀਆਂ ਨੇ, ਪਰ ਤੁਹਾਡੇ ਸਵੈ ਵਿਸ਼ਵਾਸ ਅੱਗੇ ਟਿਕ ਨਹੀਂ ਸਕਦੀਆਂ। ਸੋ ਮੈਂ ਇਹੀ ਕਹਾਂਗੀ ਕਿ ਹਮੇਸ਼ਾ ਸਹੀ ਰਸਤੇ ਤੇ ਚੱਲੋ। ਬੇਸ਼ੱਕ ਤੁਹਾਨੂੰ ਉੱਚੇ ਅਹੁਦੇ ਜਾਂ ਬਹੁਤੀ ਪ੍ਰਸ਼ੰਸਾ ਨਾ ਮਿਲੇ, ਪਰ ਤੁਸੀਂ ਆਪਣੇ ਆਪ ਨਾਲ ਨਜ਼ਰਾਂ ਮਿਲਾਉਣ ਜੋਗੇ ਰਹੋਗੇ। ਇਹੋ ਜਿਹੀ ਅਲੌਕਿਕ ਆਨੰਦ ਦੀ ਦੌਲਤ ਤੇ ਜ਼ਮੀਰ ਹਰੇਕ ਕੋਲ ਨਹੀਂ ਹੁੰਦੀ। ਧੰਨਵਾਦ ਜੀ। ਕੋਈ ਅੱਖਰ ਵਾਧੇ ਘਾਟੇ ਲਈ ਮਾਫੀ ਮੰਗਦੀ ਹਾਂ। ਅਨੀਤਾ ਗੰਦੇਰ, ਦੌਂਡ ਖੁਰਦ, ਪਟਿਆਲਾ। ਵਾਹ, ਕਿਆ ਬਾਤ ਹੈ। ਬਹੁਤ ਸੋਹਣੀ ਗੱਲਬਾਤ, ਹਮੇਸ਼ਾ ਦੀ ਬਹੁਤ ਸੋਹਣੀ ਤਰ੍ਹਾਂ ਗੱਲਬਾਤ। ਬਹੁਤ ਹੀ ਉੱਚ ਪਾਏ ਦੀ ਚਿੱਠੀ, ਇੱਕ ਬਹੁਤ ਹੀ ਚੱਲਦੀ ਕਰੰਟ ਪ੍ਰੋਬਲਮ ਨੂੰ ਲੈ ਕੇ। ਕੀ ਕਹਿੰਦੇ ਹੋ ਇਸ ਬਾਰੇ ਤੁਸੀਂ? ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦੀ ਹਾਂ, ਸਵਾਗਤ ਵੀ ਕਰਦੀ ਹਾਂ ਇਸ ਚਿੱਠੀ ਦਾ। ਤੇ ਵਾਕਈ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਆ, ਆਪਣੇ ਸ਼ਬਦਾਂ ਦੇ ਵਿੱਚ ਚਿੱਠੀ ਦੇ ਰਾਹੀਂ ਜਿਹੜੀ ਗੱਲ ਕੀਤੀ ਆ। ਵੀ ਦੇਖੋ, ਕੋਈ ਵੀ ਇਨਸਾਨ ਹੈ, ਕੋਈ ਵੀ, ਉਹ ਕੋਈ ਵੀ ਇਨਸਾਨ ਜਦੋਂ ਗੱਲ ਕਰਦਾ ਹੈ ਜਾਂ ਫਿਰ ਕੋਈ ਸੋਚਦਾ ਹੈ ਜਾਂ ਸਮਝਦਾ ਹੈ, ਤਾਂ ਉਹ ਗਲਤ ਰਸਤੇ, ਉਹਦੇ ਸਾਹਮਣੇ ਦੋ ਰਸਤੇ ਹੁੰਦੇ ਆ ਚੱਲਣ ਲਈ, ਇੱਕ ਬੜਾ ਆਸਾਨ ਵਾਲਾ, ਇੱਕ ਬੜਾ ਔਖੇ ਵਾਲਾ। ਤੇ ਹੁਣ ਉਹਨੇ ਡਿਸਾਈਡ ਕਰਨਾ ਹੈ ਕਿ ਹਾਂ, ਜਦੋਂ ਉਹ ਆਪਣੇ ਮਤਲਬ ਲਾ ਲਓ ਪਰਿਵਾਰ ਦੇ ਵਿੱਚੋਂ ਇਹ ਚੀਜ਼ਾਂ ਮਿਲਦੀਆਂ ਹੈ, ਕਿਸ ਤਰ੍ਹਾਂ ਚੱਲਣਾ ਹੈ, ਆਪਣੇ ਮਾਂ-ਬਾਪ ਨੂੰ, ਆਪਣੇ ਦਾਦੇ ਪੜਦਾਦੇ ਨੂੰ ਦੇਖਦੇ ਆ, ਸਮਝਦੇ ਆ, ਪਰਿਵਾਰ ਦੇ ਵਿੱਚ ਬੈਠ ਕੇ, ਹਨਾ, ਵੀ ਹਾਂ ਸਾਡੇ ਦਾਦੇ ਪੜਦਾਦੇ ਕਿਵੇਂ ਚੱਲਦੇ ਆ ਔਰ ਕਿਵੇਂ ਇਹ ਚੀਜ਼ਾਂ ਨੂੰ, ਮੁਸੀਬਤਾਂ ਨੂੰ ਨਜਿੱਠਦੇ ਆ, ਉਹਨਾਂ ਦਾ ਹੱਲ ਕਿਵੇਂ ਕੱਢਦੇ ਆ। ਹੁਣ ਜੇ ਤਾਂ ਕੋਈ ਇਸ ਤਰ੍ਹਾਂ ਦਾ ਦਿਖਦਾ ਕਿ ਹਾਂ ਕਿ ਉਹ ਆਸਾਨ ਜਾਂ ਸ਼ਾਰਟਕਟ ਰਸਤਾ ਅਪਣਾਉਂਦਾ, ਤਾਂ ਫਿਰ ਉਹ ਤਾਂ ਮਤਲਬ ਇਸ ਤਰ੍ਹਾਂ ਦੇ ਅਪਣਾਉਣਗੇ ਵੀ ਹਾਂ ਵੀ ਚਲੋ ਵੀ ਜਿੱਥੇ ਵੀ ਕੁਝ ਵੀ ਹੋ ਜੇ, ਆਪਣਾ ਬਸ ਆਪਣਾ ਕੰਮ ਔਰ ਮਤਲਬ ਨਿਕਲਣਾ ਚਾਹੀਦਾ ਹੈਗਾ, ਕੰਮ ਸਹੀ ਹੋਣਾ ਚਾਹੀਦਾ, ਦੈਟਸ ਇਟ, ਗੱਲ ਖਤਮ।
ਨਹੀਂ, ਜਿਹੜਾ ਔਖਾ ਵਾਲਾ ਰਸਤਾ ਹੈ ਉੱਥੇ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਸਕਦਾ ਹੈ, ਬਟ ਆਪਾਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ, ਜਿਵੇਂ ਉਹਨਾਂ ਨੇ ਗੱਲ ਕੀਤੀ ਕਿ ਤੁਸੀਂ ਅੱਖਾਂ ਮਿਲਾਉਣ ਜੋਗੇ ਹੋ ਜਾਓ ਆਪਣੇ ਆਪ ਨਾਲ, ਤਾਂ ਉਹ ਤਦ ਹੀ ਹੋਏਗਾ ਜੇ ਤੁਹਾਡੇ ਮਨ ਸਾਫ਼ ਹੋਣਗੇ, ਤੁਹਾਡੀਆਂ ਨੀਤਾਂ ਸਾਫ਼ ਹੋਣਗੀਆਂ, ਤੇ ਤੁਹਾਡੇ ਰਸਤੇ ਜਿਹੜੇ ਹੈਗੇ ਆ ਚੱਲਣ ਵਾਸਤੇ ਨੇਕ ਹੋਣ। ਤੇ ਇਹ ਤਦ ਹੀ ਟੁਕਦੀ ਹੈ ਗੱਲ ਕਿ ਜਿਹੜਾ ਬੰਦਾ ਆਪਣੇ ਪੇਨਸ ਲੈ ਸਕੇ ਇਸ ਚੀਜ਼ ਦੇ ਵਿੱਚ। ਤੇ ਉਹ ਚੀਜ਼ਾਂ ਬਾਕੀ ਗੁੜਤੀ ਦੇ ਵਿੱਚ ਵੀ ਹੁੰਦੀਆਂ, ਪਰਿਵਾਰ ਦੇ ਵਿੱਚੋਂ ਵੀ ਹੁੰਦੀਆਂ, ਮਿਲਦੀਆਂ, ਤੇ ਕੁਝ ਚੀਜ਼ਾਂ ਸਿੱਖੀਆਂ ਜਾਂਦੀਆਂ ਹੈਗੀਆਂ। ਹੁਣ ਇਹ ਨੌਜਵਾਨ ਪੀੜ੍ਹੀ ਲਾ ਲਓ, ਚਾਹੇ ਕੋਈ ਵੀ ਪੀੜ੍ਹੀ ਲਾ ਲਓ, ਵੀ ਉਹ ਇਸ ਰਸਤੇ ਤੇ ਚੱਲ ਕੇ ਆਪਣੇ ਮੰਜ਼ਿਲਾਂ ਤੱਕ ਪਹੁੰਚ ਸਕਣ। ਦੇਰ ਜ਼ਰੂਰ ਹੋ ਸਕਦੀ ਹੈ, ਬਟ ਇਹ ਨਹੀਂ ਹੈ ਕਿ ਤੁਹਾਨੂੰ ਮੰਜ਼ਿਲ ਨਾ ਮਿਲੇ। ਹਨੇਰ ਨਹੀਂ ਹੋ ਸਕਦਾ, ਹਾਂ, ਤੇ ਮੰਜ਼ਿਲ ਬਿਲਕੁਲ। ਜ਼ਰੂਰ। ਪਰ ਦੇਖੋ ਸਵੀ ਜੀ, ਦਿੱਕਤਾਂ ਬਹੁਤ ਆਉਂਦੀਆਂ ਨੇ, ਬਹੁਤ ਬਹੁਤ ਹਾਂ। ਆਉਂਦੀਆਂ ਨੇ, ਖਾਸ ਤੌਰ ਤੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਦੇ ਕੋਲ। ਅਨੀਤਾ ਗੰਧੇਰ ਜੀ ਹਮੇਸ਼ਾ ਹੀ ਬਹੁਤ ਹੀ ਐਨ ਇੱਕ ਜਿਵੇਂ ਸਿਰੇ ਦੀਆਂ ਪ੍ਰੋਬਲਮਸ ਲਾਉਂਦੇ ਨੇ, ਜੋ ਬਿਲਕੁਲ ਬਹੁਤ ਬਹਾਦਰ, ਬੇਬਾਕ, ਸੱਚੀ ਔਰਤ ਨੇ ਉਹ। ਤੇ ਹਰ ਵਕਤ ਉਹਨਾਂ ਨੇ ਇਹੀ ਇੱਕ ਪ੍ਰੋਬਲਮ ਨੂੰ ਅੱਗੇ ਲਿਆਉਂਦੇ ਨੇ, ਜਿਹੜੀ ਕਿ ਹਰੇਕ ਔਰਤ ਇੰਨੀ ਦਲੇਰੀ ਨਾਲ ਲਿਆ ਨਹੀਂ ਸਕਦੀ। ਮੈਂ ਤਾਂ ਉਹਨਾਂ ਨੂੰ ਸਿਜਦਾ ਕਰੂੰਗੀ ਇਸ ਗੱਲ ਦੇ ਲਈ। ਦੇਖੋ, ਇਹ ਜ਼ਰੂਰੀ ਨਹੀਂ ਹੈ ਹਰੇਕ ਕੋਈ ਦੀਪ ਸਿੱਧੂ ਨਹੀਂ ਬਣ ਸਕਦਾ, ਤੇ ਹਰੇਕ ਕੋਈ ਅਨੀਤਾ ਗੰਧੇਰ ਨਹੀਂ ਬਣ ਸਕਦਾ, ਠੀਕ ਹੈ। ਰਾਹ ਰੋਸ਼ਨਾਨ ਵਾਸਤੇ, ਰਾਹ 'ਚ ਚੱਲਣ ਵਾਸਤੇ ਕੋਈ ਨਾ ਕੋਈ ਮਸੀਹਾ ਹੋਣਾ ਚਾਹੀਦਾ। ਔਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਉਹ ਜੋ ਗੱਲ ਕਰ ਰਹੇ ਨੇ, ਇਹ ਗੱਲ ਸੁਣ ਕੇ ਉਹਨਾਂ ਦੇ ਕਈ ਹਾਮੀ ਹੋਣਗੇ, ਕਈ ਵਿਰੋਧੀ ਵੀ ਹੋਣਗੇ, ਪਰ ਉਹਨਾਂ ਨੇ ਕਹੀ ਗੱਲ, ਆਗੂ ਇਹੋ ਜਿਹੇ ਤਾਂ ਹੁੰਦੇ ਨੇ, ਬਿਲਕੁਲ ਅੱਛੇ ਲੋਕ, ਸੱਚੇ ਲੋਕ ਇਹੋ ਜਿਹੇ ਤਾਂ ਹੁੰਦੇ ਨੇ। ਸੋ ਮੈਂ ਉਹਨਾਂ ਦੀ ਹਰ ਇੱਕ ਗੱਲ ਨਾਲ ਸਹਿਮਤ ਹਾਂ। ਉਹਨਾਂ ਨੇ ਜਿਹੜੇ ਸਵਾਲ ਪੁੱਛੇ ਨੇ, ਉਹਨਾਂ ਨੇ ਜਾਇਜ਼ ਪੁੱਛੇ ਨੇ, ਸਮਾਜ ਤੋਂ ਪੁੱਛੇ, ਬਿਲਕੁਲ ਹੈ, ਤੇ ਅਸੀਂ ਜਵਾਬ ਦੇ ਸਕਦੇ ਉਹਨਾਂ, ਪਰ ਸਮਾਜ ਤੋਂ ਪੁੱਛੇ ਨੇ। ਪਰ ਬਹੁਤ ਹੀ ਇਸ ਗੱਲ ਨੂੰ, ਮੈਨੂੰ ਤਾਂ ਲੱਗਦਾ ਆਪਾਂ ਅਗਲੀ ਵਾਰੀ ਫੇਰ ਇਸ ਚਿੱਠੀ ਨੂੰ ਅੱਗੇ ਰੱਖਾਂਗੇ, ਇਸ ਮਸਲੇ ਤੇ ਗੱਲ ਕਰਾਂਗੇ, ਵਿਚਾਰ ਕਰਾਂਗੇ ਜ਼ਰੂਰ। ਅਨੀਤਾ ਜੀ, ਹਮੇਸ਼ਾ ਵਾਂਗੂ ਤੁਸੀਂ ਇਸ ਵਾਰੀ ਵੀ ਆਪਣੀ ਔਰ ਸਬੂਤ ਦਿੱਤਾ ਹੈ ਤੁਸੀਂ ਉਸ ਗੱਲ ਦਾ ਕਿ ਜਦੋਂ ਡੋਮੀਨੇਟ ਕੀਤਾ ਜਾਂਦਾ ਹੈ, ਜਦੋਂ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਜਿਹੜੇ ਟੁੱਕੜ ਬੋਚ ਅਧਿਕਾਰੀ ਜਿਹੜੇ ਹੁੰਦੇ ਨੇ, ਚਾਪਲੂਸ ਅਧਿਕਾਰੀ ਕੁਛ ਇੱਕ ਹੁੰਦੇ ਨੇ, ਅਸਲੀ ਕਾਬਲੀਅਤ ਨਾ ਪਹਿਚਾਣ, ਜਦੋਂ ਕਿਸੇ ਦੀ ਅਸਲੀ ਕਾਬਲੀਅਤ ਨੂੰ ਨਾ ਪਹਿਚਾਣ ਕੇ ਜਦੋਂ ਇਹੋ ਜਿਹਾ ਵਿਤਕਰਾ ਕਰਦੇ ਨੇ, ਤਾਂ ਅਜਿਹੇ ਅਧਿਕਾਰੀਆਂ ਨੂੰ ਦੰਡ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸਿਸਟਮ ਖਤਮ ਹੋਣਾ ਚਾਹੀਦਾ ਹੈ ਕਿ ਔਰਤ ਦੇ ਨਾਲ ਜਾਂ ਕੁੜੀਆਂ ਦੇ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ, ਤੇ ਉਹਨਾਂ ਦੇ ਨਾਲ ਉਹ ਵਿਤਕਰੇ ਵਾਲੀ ਭਾਵਨਾ ਨਾਲ ਨਹੀਂ ਚੱਲਣਾ ਚਾਹੀਦਾ ਕਿ ਜਦੋਂ ਜੇ ਕੋਈ ਚੰਗੇ ਰਾਹਾਂ ਤੇ ਤੁਰਿਆ ਹੁੰਦਾ ਹੈ ਤੇ ਉਹਦੇ ਰਾਹ ਲਈ ਕਿਉਂ ਤੁਸੀਂ ਰੁਕਾਵਟਾਂ ਬਣਦੇ ਹੋ। ਇਹ ਕਿਉਂ ਨਹੀਂ ਲੋਕ ਸੋਚਦੇ ਕਿ ਇਹ ਇੱਜ਼ਤ ਹੀ ਵੱਧ ਰਹੀ ਹੈ ਸਾਡੀ, ਜਾਂ ਉਸ ਇੰਸਟੀਟਿਊਸ਼ਨ ਦੀ, ਜਾਂ ਸਾਡੇ ਪਿੰਡ ਦੀ, ਜਾਂ ਉਸ ਸਕੂਲ ਦੀ, ਜਾਂ ਉਸ ਸੰਸਥਾ ਦੀ, ਜਦੋਂ ਕੋਈ ਅਜਿਹਾ ਅਨੀਤਾ ਗੰਧੇਰ ਹੋਰਾਂ ਨੇ ਜਿਹੜੀ ਸਮੱਸਿਆ ਰੱਖੀ ਹੈ, ਅਜਿਹਾ ਕੋਈ ਵਿਅਕਤੀ ਅੱਗੇ ਆਉਂਦਾ ਕੁਛ ਕਰਨ ਦੇ ਲਈ, ਤਾਂ ਇਹ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀਆਂ ਸੰਸਥਾਵਾਂ ਨੂੰ, ਇਹੋ ਜਿਹੇ ਸੰਸਥਾਵਾਂ ਦੇ ਮੁਖੀਆਂ ਨੂੰ, ਜਾਂ ਉੱਚ ਅਹੁਦੇ ਵਾਲੇ ਅਫਸਰਾਂ ਨੂੰ, ਕਿ ਉਹ ਕਿਉਂ ਨਹੀਂ ਵਿਜ਼ਿਟ ਕਰਦੇ, ਇਹੋ ਜਿਹੇ ਲੋਕਾਂ ਤੇ ਕਿਉਂ ਨਹੀਂ ਉਹ ਛਾਪੇ ਮਾਰਦੇ, ਤਾਂ ਕਿ ਉਹਨਾਂ ਨੂੰ ਪੱਧਰੇ ਕਰ ਸਕਣ, ਤਾਂ ਕਿ ਅੱਗੇ ਤੋਂ ਕੋਈ ਚੰਗੇ ਇਨਸਾਨ ਜਾਂ ਚੰਗੇ ਅਧਿਆਪਕ ਜਾਂ ਹੋਰ ਲੋਕ ਕੰਮਾਂ ਦੇ ਵਿੱਚ ਜਦੋਂ ਰੁਕਾਵਟ ਨਹੀਂ ਆਊਗੀ, ਉਹ ਕਰ ਸਕਣ ਅੱਛਾ ਸਾਰਾ ਕੁਛ। ਸੋ ਬਹੁਤ ਹੀ ਯਾਰ ਦਰਦ ਭਰੀ ਚਿੱਠੀ ਸੀ ਇਹਨਾਂ ਦੀ, ਹਮੇਸ਼ਾ। ਮੈਂ ਇਹਦੇ ਵਿੱਚ ਇੱਕ ਗੱਲ ਇਹ ਵੀ ਜੋੜਨਾ ਚਾਹਾਂਗੀ ਕਿ ਚਾਹੇ ਕੁਝ ਵੀ ਹੈ ਸਮੱਸਿਆ, ਕਹਿੰਦੇ ਨੇ ਜਦੋਂ ਆਪਾਂ ਇੱਕ ਪੌਦੇ ਨੂੰ ਆਪਾਂ ਨੇ ਵੱਡਾ ਕਰਨਾ ਹੁੰਦਾ ਤਾਂ ਜੜ 'ਚ ਪਾਣੀ ਪਾਉਂਦੇ ਆ, ਨਾ ਕਿ ਉਹਦੇ ਪੱਤੇ ਪੁੱਤੇ ਦੇ ਪਾਣੀ ਧੋ ਕੇ, ਹਨਾ। ਹਾਂ, ਕਰਦੇ ਆ। ਨਹੀਂ, ਇਹ ਜਦੋਂ ਕੁਝ, ਹਾਂ ਬਿਲਕੁਲ ਤੁਹਾਡੀਆਂ ਗੱਲਾਂ ਤੋਂ ਮੈਨੂੰ ਵੀ ਇੱਕ ਅੱਧੀ ਗੱਲ ਯਾਦ ਆ ਜਾਂਦੀ ਹੈ ਕਿ ਦੇਖੋ ਉਸ ਉਸ ਸੰਸਥਾ ਜਾਂ ਉਸ ਜਗ੍ਹਾ ਦੀ ਇੱਜ਼ਤ ਹੀ ਵੱਧਦੀ ਹੁੰਦੀ ਹੈ ਉਹਨਾਂ ਗੱਲਾਂ ਦੇ ਨਾਲ, ਜਦੋਂ ਕੋਈ ਤਰੱਕੀ ਕਰ ਰਿਹਾ ਹੁੰਦਾ। ਸਿਰਫ ਇੱਕ ਬਰਦਾਸ਼ਤ ਨਹੀਂ ਹੁੰਦਾ ਇੱਕ ਔਰਤ ਕਿਉਂ ਇਸ ਤਰ੍ਹਾਂ ਕਰ ਰਹੀ ਹੈ। ਔਰ ਔਰਤ ਦੀ ਇੱਜ਼ਤ ਜਿਹੜੀ ਹੈ,
ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਤੁਸੀਂ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋਗੇ ਕਿ ਘਰ ਪਰਿਵਾਰ ਦੇ ਵਿੱਚ ਇੱਕ ਮਾਂ ਹੀ ਦੱਸ ਸਕਦੀ ਹੈ ਕਿ ਆਪਣੇ ਮੁੰਡੇ ਨੂੰ ਇਹ ਦੱਸ ਸਕਦੀ ਹੈ ਕਿ ਤੁਸੀਂ ਜਿਹੜੀਆਂ ਕੁੜੀਆਂ ਨੇ ਜਾਂ ਭੈਣਾਂ ਨੇ ਜਾਂ ਔਰਤਾਂ ਨੇ ਵੀ ਉਹਨਾਂ ਦੀ ਇੱਜ਼ਤ ਕਿਵੇਂ ਕਰਨੀ ਹੈ, ਉਹ ਘਰ ਤੋਂ ਹੀ ਸਿਖਾਈ ਜਾਂਦੀ ਹੈ। ਰਹੀ ਬਿਲਕੁਲ ਸਹੀ ਗੱਲ ਹੈ। ਤੋ ਦੋਸਤੋ ਪਰ ਮੈਂ ਸਾਰੇ ਮਰਦਾਂ ਨੂੰ, ਸਾਰੇ ਬੰਦਿਆਂ ਨੂੰ, ਮਰਦ ਪ੍ਰਧਾਨ ਦੇ ਸਮਾਜ ਦੇ ਸਾਰੇ ਮਰਦਾਂ ਲਈ ਇਹ ਗੱਲ ਸ਼ਬਦ ਨਹੀਂ ਕਹਿ ਰਹੀ, ਪਰ ਜ਼ਿਆਦਾਤਰ ਸੰਖਿਆ ਹੈ। ਤੋ ਆਓ ਅੱਗੇ ਤੁਸੀਂ ਵਧੋ ਹੁਣ ਅਗਲੀ ਚਿੱਠੀ ਲੈ ਕੇ। ਜੀ ਬਿਲकुल, ਮੇਰੇ ਕੋਲ ਇੱਕ ਚਿੱਠੀ ਆਈ ਹੈ, ਬਹੁਤ ਛੋਟੀ ਵੈਸੇ ਲਿਖੀ ਹੈ। ਉਹਨਾਂ ਨੇ ਆਪਣੇ ਕੁਝ ਇਸ ਚਿੱਠੀ ਨਾਲ ਆਪਣੇ ਸ਼ੇਅਰ ਜੋੜੇ ਹੈ ਤੇ ਉਹ ਪਹਿਲੀ ਵਾਰ ਚਿੱਠੀ ਲਿਖ ਰਹੇ ਹੈ। ਹੈਲੋ ਡੀਅਰ, ਕੀ ਹਾਲ ਨੇ? ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋ। ਪਹਿਲਾਂ ਤਾਂ ਸੌਰੀ, ਕਈ ਦਿਨਾਂ ਤੋਂ ਤੁਹਾਨੂੰ ਖਤ ਲਿਖਣ ਦਾ ਸੋਚ ਰਹੀ ਸੀ ਪਰ ਲਿਖ ਨਹੀਂ ਪਾਈ। ਅੱਜ ਸਮਾਂ ਮਿਲਿਆ, ਸੋਚਿਆ ਤੁਹਾਨੂੰ ਖਤ ਲਿਖਿਆ ਜਾਵੇ। ਤੇ ਮੈਂ ਤੁਹਾਡੇ ਪ੍ਰੋਗਰਾਮ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਦੁਆਵਾਂ ਕਰਦੀ ਹਾਂ। ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋ। ਇਸ ਪ੍ਰੋਗਰਾਮ ਦੇ ਜ਼ਰੀਏ ਹਰ ਸੁਣਨ ਤੇ ਦੇਖਣ ਵਾਲੇ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਕੁੜੀਆਂ ਦੀ ਹੋਂਦ ਨੂੰ ਬਚਾਓ ਤਾਂ ਜੋ ਆਉਣ ਵਾਲੀ ਪੀੜ੍ਹੀ ਖੁੱਲ੍ਹ ਕੇ ਸਾਹ ਲੈ ਸਕੇ। ਆਪ ਜੀ ਦੀ ਦੋਸਤ ਨੀਲੂ ਬੱਗਾ ਲੁਧਿਆਣਵੀ ਤੇ ਕੁਝ ਸ਼ੇਅਰ ਤੇ ਕਵਿਤਾਵਾਂ ਪੇਸ਼ ਕਰਦੀ ਹਾਂ ਆਪ ਜੀ ਦੇ ਸਾਹਮਣੇ। ਜ਼ਰੂਰ ਨਾਲ ਪੇਸ਼ ਕਰਦੀ ਹਾਂ ਉਹਨਾਂ ਦੀ। ਜਿਹੜੇ ਉਹਨਾਂ ਨੇ ਲਿਖੇ ਉਹ ਸਾਰੇ ਹਿੰਦੀ ਚ ਲਿਖੇ ਆ ਜੀ। ਕੋਈ ਗੱਲ ਨਹੀਂ, ਭਾਸ਼ਾ ਅਸੀਂ ਹਰ ਭਾਸ਼ਾ ਦਾ ਸਤਿਕਾਰ ਕਰਦੇ ਹਾਂ ਜੀ। ਉਹਨਾਂ ਨੇ 3 शेर लिखे हैं, 3 भेजे हैं। एक लवारिस सा खत मिला जो शायद पूछ रहा हो मेरा वजूद क्या है। बिन पत्ते का उसको ढूंढ रहा हूँ जो बड़ी ही बेसब्री से मेरा इंतजार में है, जो बड़ी ही बेसब्री से मेरे इंतजार में है, मगर यहाँ सब ही गुम है जो खुद अपने वजूद को ढूंढ रहे हैं, जो खुद लापता है वो मंजिल का क्या पता देंगे। चल तू वहां जहां कह के में खुशियां फुर्सत में तुम्हें कोई पढ़ने को बेताब हो। क्या नीलू बजा नेक्स्ट है बहुत सोना लिख देना। उसके नेक्स्ट लिखा है, लिख तो देती मोहब्बत के नाम ये बेनाम खत। लिख तो देती मोहब्बत के नाम ये बेखत, मगर सुना है तुम आजकल उस पते पर नहीं रहते। हाय हाय, क्या बात है। जी बिल्कुल, आप मेरे ख्याल से एक तो रिपीट ही है। हाँ जी, शेयर्स कंप्लीट हो गए जी। नीलू ਬੱਗਾ ਲੁਧਿਆਣਾ ਤੇ ਉਹਨਾਂ ਨੇ ਵਾਕਈ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕੁੜੀਆਂ ਦੀ ਹੋਂਦ ਨੂੰ ਬਚਾਓ ਤੇ ਆਉਣ ਵਾਲੀ ਪੀੜ੍ਹੀ ਨੂੰ ਖੁੱਲ ਕੇ ਸਾਹ ਲੈ ਸਕੇ। ਜੀ ਜੀ ਬਹੁਤ ਖੂਬ। ਦੇਖੋ ਜੀ ਬਹੁਤ ਸੋਹਣਾ। ਸਭ ਤੋਂ ਪਹਿਲਾਂ ਤਾਂ ਮੈਂ ਨੀਲੂ ਬੱਗਾ ਲੁਧਿਆਣਵੀ ਜੀ ਨੂੰ ਇਸ ਗੱਲ ਲਈ ਵਧਾਈ ਦਿੰਦੀ ਹਾਂ ਕਿ ਉਹ ਬਹੁਤ ਹੀ ਵਧੀਆ ਰਾਈਟਰ ਨੇ, ਲੇਖਿਕਾ ਨੇ, ਕਵਿਤਰੀ ਨੇ ਤੇ ਆਪਾਂ ਉਹਨਾਂ ਨੂੰ ਇੱਕ ਨਾ ਇੱਕ ਦਿਨ ਲੈ ਕੇ ਆਉਣਾ ਜ਼ਰੂਰ। ਤੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਸੀ ਇੱਕ ਦਿਨ। ਖੈਰ ਚਲੋ ਦੇਖਦੇ ਹਾਂ ਕਦੋਂ ਤੱਕ, ਹੈ ਨਾ। ਪਰ ਬਹੁਤ ਹੀ ਖੂਬਸੂਰਤ ਤੁਹਾਡੀ ਲਿਖਤ ਸੀ ਤੇ ਜਿਹੜਾ ਤੁਸੀਂ ਬਾਅਦ ਵਿੱਚ ਸੁਨੇਹਾ ਦੇ ਕੇ ਗਏ ਹੋ ਉਹ ਉਦੋਂ ਵੀ ਵਧੀਆ ਸੀ। ਸੋ ਇਹ ਮੁਹੱਬਤ ਦੀ ਅੱਜ ਦੂਜੀ ਵਾਲੀ ਚਿੱਠੀ ਸੀ, ਮੁਹੱਬਤ ਤੇ ਖਲੂਸ ਨਾਲ ਭਰੀ ਹੋਈ। ਤੇ ਵਾਕਈ ਇਹਨਾਂ ਗੱਲਾਂ ਨੂੰ, ਇਹਨਾਂ ਕਵਿਤਾਵਾਂ ਨੂੰ ਸੁਨੇਹਾ ਵਾਂਗੂ ਆਪਾਂ ਨੂੰ ਜ਼ਰੂਰ ਵਾਇਰਲ ਕਰਨਾ ਚਾਹੀਦਾ, ਫੈਲਾਉਣਾ ਚਾਹੀਦਾ ਤਾਂ ਕਿ ਆਪਾਂ ਦੁਨੀਆ ਦੇ ਵਿੱਚ ਜਾਂ ਵੱਧ ਤੋਂ ਵੱਧ ਖਿੱਤਿਆਂ ਦੇ ਵਿੱਚ ਜਾਂ ਆਪਣੇ ਦੋਸਤਾਂ ਰਾਹੀਂ ਹਰੇਕ ਮਨ ਦੇ ਵਿੱਚ ਇੱਕ ਉਹ ਮੁਹੱਬਤ, ਉਹ ਇੱਕ ਖਲੂਸ, ਉਹ ਇੱਕ ਪਿਆਰ, ਉਹ ਇੱਕ ਮੋਹ ਭਰ ਦਈਏ ਕਿ ਕਿਸੇ ਦੇ ਅੰਦਰ ਕਿਸੇ ਈਰਖਾ, ਕਿਸੇ ਦਵੇਸ਼, ਕਿਸੇ ਲੜਾਈ ਲਈ ਜਗ੍ਹਾ ਹੀ ਨਾ ਰਹੇ। ਕਿਉਂ ਜੀ, ਠੀਕ ਨਹੀਂ ਹੈ? ਬਿਲਕੁਲ 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 ਸਹੀ ਹੈ। ਸੋ ਬਹੁਤ ਹੀ ਖੂਬਸੂਰਤ ਚਿੱਠੀਆਂ ਸੀ ਜੀ। ਅੱਜ ਦੀ ਜਿਹੜੀ ਆਖਰੀ ਚਿੱਠੀ ਹੈ ਉਹ ਬਹੁਤ ਜ਼ਬਰਦਸਤ ਹੈ ਤੇ ਉਹਦੇ ਨਾਲ ਹੀ ਆਪਾਂ ਅੱਗੇ ਚਾਹਾਂਗੇ। ਉਹ ਹੈਗੇ ਆਪਣੇ ਭੈਣ ਸੰਦੀਪ ਕੌਰ ਮੋਗਾ ਤੋਂ ਆਈ ਹੋਈ ਹੈ ਜੀ। ਲਿਖ ਤੁਮ ਸੰਦੀਪ ਕੌਰ ਮੋਗਾ। ਅੱਗੇ ਮਿਲੇ ਸਤਿਕਾਰਯੋਗ ਦੀਪ ਸੰਧੂ ਭੈਣ ਤੇ ਸਵੀ ਭੈਣ, ਰੰਗ ਐਫਐਮ ਦੇ ਸਰੋਤੇ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਕੱਲ੍ਹ ਵੋਟਾਂ ਦਾ ਮਾਹੌਲ ਚੱਲ ਰਿਹਾ। ਇਹਨਾਂ ਨੇ ਲਿਖੀ ਸੀ ਉਦੋਂ, ਪਿਛਲੀ ਵਾਰੀ ਰਹਿ ਗਈ ਸੀ, ਤਾਂ ਸਭ ਤੋਂ ਪਹਿਲਾਂ ਮਾਫੀ ਚਾਹੁੰਦੇ ਹਾਂ ਸੰਦੀਪ ਕੌਰ। ਸੰਦੀਪ ਜੀ 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 ਸਵਾਗਤ ਹੈ। ਤੇ ਨਹੀਂ ਪਰ ਅੱਜ
ਇਸੇ ਤਰ੍ਹਾਂ ਪ੍ਰਤੱਖ ਸਾਰਾ ਸੀਨ ਕ੍ਰੀਏਟ ਕਰਦੇ ਨੇ। ਮੈਨੂੰ ਇਹ ਮਾਹੌਲ ਬੜਾ ਬੁਰਾ ਤੇ ਉਬਾਊ ਜਿਹਾ ਲੱਗਦਾ ਹੈ। ਹਰ ਕੋਈ ਸ਼ਸ਼ੋਪੰਜੇ ਵਿੱਚ ਹੈ। ਮੈਂ ਸੋਚਦੀ ਹਾਂ ਕਿ ਆਮ ਲੋਕਾਂ ਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਵੋਟ ਦੇ ਕੇ ਸੱਤਾ 'ਚ ਬੜੇ ਨੈਤਿਕ ਬੰਦੇ ਭੇਜਦੇ ਹਾਂ, ਬੜੇ ਭਲੇ ਮਾਨਸ ਬੰਦੇ ਭੇਜਦੇ ਹਾਂ, ਲੇਕਿਨ ਸੱਤਾ 'ਚ ਜਾਂਦਿਆਂ ਹੀ ਭ੍ਰਿਸ਼ਟ ਹੋ ਜਾਂਦੇ ਹਨ। ਮੈਂ ਬੜੇ ਭਿਉਂ ਕੇ ਲਾਈਆਂ ਨੇ ਗੱਲਾਂ, ਹੈ ਨਾ। ਸੱਤਾ ਪ੍ਰਾਪਤ ਕਰਦਿਆਂ ਹੀ ਚੋਰ ਹੋ ਜਾਂਦੇ ਨੇ, ਦੁਰਾਚਾਰੀ, ਕਾਤਲ ਹੋ ਜਾਂਦੇ ਨੇ। ਅਸੀਂ ਦੇਖਦੇ ਹਾਂ ਕਿ ਇੱਕ ਵਿਸ਼ਵ ਪ੍ਰਸਿੱਧ ਨੇਤਾ ਨੇ, ਨਾਮ ਨਹੀਂ ਲਵਾਂਗੀ, ਬਹੁਤ ਸੁੰਦਰ ਪੋਸ਼ਾਕ, ਚਿੱਟੇ ਚਿੱਟੇ ਚੋਲੇ ਤੇ ਪਜਾਮੇ, ਚਿੱਟੀਆਂ ਟੋਪੀਆਂ ਔਰ ਬਾਹਰੋਂ ਸੇਵਾ ਭਾਵ ਦਰਸਾਉਂਦੇ ਹੋਏ ਨੈਤਿਕ ਪੁਰਸ਼ ਪੈਦਾ ਕੀਤੇ, ਹੈ ਨਾ। ਪਿਆਰੇ ਲੱਗਦੇ ਸਨ, ਚੰਗੇ ਲੱਗਦੇ ਸਨ, ਦੇਸ਼ ਦੀ ਆਜ਼ਾਦੀ ਲਈ ਜੇਲ੍ਹਾਂ ਵਿੱਚ ਜਾਂਦੇ ਸਨ, ਤਾਂ ਕੁਰਬਾਨੀਆਂ ਦਿੰਦੇ ਸਨ। ਮੈਂ ਸਮਝ ਗਈ ਕਿਹਨਾਂ ਲਈ ਗੱਲ ਕਰਦੇ ਨੇ। ਲੇਕਿਨ ਜਿੱਦਾਂ ਹੀ ਪਦ ਪ੍ਰਤਿਸ਼ਠਾ ਦੀ ਬਾਰਿਸ਼ ਹੋਈ, ਇਹ ਸਾਰੀ ਸਫੇਦਪੋਸ਼ੀ ਕਾਲਖ ਵਿੱਚ ਤਬਦੀਲ ਹੋ ਗਈ। ਸਿਰ ਦੇ ਵਾਲ ਵੀ ਇੰਨੇ ਕਾਲੇ ਨਹੀਂ ਸਨ ਜਿੰਨੀਆਂ ਟੋਪੀਆਂ ਕਾਲੀਆਂ ਹੋ ਗਈਆਂ। ਇਹਨਾਂ ਲੋਕਾਂ ਤੋਂ ਕਿੰਨੇ ਕਾਲੇ ਕਾਰਨਾਮੇ ਪ੍ਰਗਟ ਹੋਏ, ਇਹ ਜਗ ਉਜਾਗਰ ਹੈ। ਨੈਤਿਕ ਗੁਣਾ ਸਿਰਫ ਧੋਤੀ ਹੋਈ ਨੈਤਿਕਤਾ ਸੀ, ਜਿਸ ਦੀਆਂ ਆਂਤਰਿਕ ਤਲ ਵਿੱਚ ਜੜ੍ਹਾਂ ਨਹੀਂ ਸਨ। ਉਹ ਸਾਧੂ ਨੀਤਾ ਰੋਜ਼ ਧਿਆਨ ਸਾਧਨਾ ਕਰਦੇ ਸਨ, ਰਾਮ ਮੰਤਰ ਦਾ ਜਪ ਕਰਦੇ ਸਨ। ਉਹਨਾਂ ਨੂੰ ਬਾਹਰ ਦੀ ਸਾਧੂਪਣਾ ਵਾਸਤੇ ਵਿੱਚ ਆਂਤਰਿਕ ਸਾਧਕੀ ਤੇ ਨਿਰਭਰ ਸੀ। ਲੇਕਿਨ ਦੇਸ਼ ਦੇ ਆਜ਼ਾਦ ਹੋਣ ਤੇ ਦੇਸ਼ ਦੀ ਸੱਤਾ ਜਾਂ ਹਕੂਮਤ ਐਸੇ ਲੋਕਾਂ ਨੂੰ ਸੌਂਪ ਦਿੱਤੀ ਗਈ ਜਿਨ੍ਹਾਂ ਦੀ ਨੈਤਿਕਤਾ ਦਾ ਕੋਈ ਆਧਾਰ ਹੀ ਨਹੀਂ ਸੀ, ਜਿਨ੍ਹਾਂ ਦੀਆਂ ਜੜ੍ਹਾਂ ਵੀ ਨਹੀਂ ਸਨ। 200 ਸਾਲ ਦੀ ਹਕੂਮਤ ਦੇ ਦੌਰ ਵਿੱਚ ਵੀ ਗੋਰਿਆਂ ਨੇ ਇਸ ਦੇਸ਼ ਨੂੰ ਇੰਨਾ ਨਹੀਂ ਲੁੱਟਿਆ ਜਿੰਨਾ ਇਹਨਾਂ ਨੇ ਲੁੱਟ ਲਿਆ। 800 ਸਾਲ ਦੀ ਹਕੂਮਤ ਦੇ ਦੌਰ ਵਿੱਚ ਮੁਗਲ ਵੀ ਇਸ ਦੇਸ਼ ਦੇ ਭਾਈਚਾਰੇ 'ਚ ਦਰਾੜਾਂ ਨਾ ਪਾ ਸਕੇ, ਪਰ ਇਹਨਾਂ ਸਫੇਦਪੋਸ਼ਾਂ ਨੇ ਦਰਾੜਾਂ ਪਾ ਕੇ ਰੱਖ ਦਿੱਤੀਆਂ। 50 ਸਾਲਾਂ 'ਚ ਰੰਗ ਵਿਖਾ ਦਿੱਤਾ। ਇੱਦਾਂ ਕਿਉਂ? ਕੀ ਇੱਦਾਂ ਹੁੰਦਾ ਰਹੇਗਾ? ਕਿੰਨੇ ਹੀ ਕੁਐਸਚਨ ਮਾਰਕ ਨੇ। ਕਿਰਪਾ ਕਰਕੇ ਵਿਚਾਰ ਜ਼ਰੂਰ ਦੱਸਣਾ ਜੀ। ਤੁਹਾਡੀ ਭੈਣ ਸੰਦੀਪ ਕੌਰ ਮੋਗਾ। ਭੈਣ, ਸਭ ਤੋਂ ਜ਼ਬਰਦਸਤ ਚਿੱਠੀ ਆ ਤੁਹਾਡੀ ਅੱਜ ਦੀ। ਕੀ ਗੱਲ ਕਰੀਏ, ਸਾਨੂੰ ਤਾਂ ਲੱਗਦਾ ਸਾਡੇ ਕੋਲ ਜਵਾਬ ਵੀ ਨਹੀਂ ਹੈ ਤੁਹਾਡੀ ਇਸ ਗੱਲ ਜਵਾਬ ਵੀ ਨਹੀਂ ਹੈ, ਸਹੀ ਗੱਲ ਹੈ, ਆਪਾਂ ਕੁਝ ਕਹਿ ਨਹੀਂ ਸਕਦੇ। ਸੋ ਕਿਵੇਂ ਹੁਣ ਜਾਣ ਤੋਂ ਪਹਿਲਾਂ ਜਿੰਨਾ ਵੀ ਸਮਾਂ ਹੈ ਜ਼ਰੂਰ ਇਹਨਾਂ ਦੀ ਇਸ ਗੱਲ ਤੇ ਡਿਸਕਸ ਜ਼ਰੂਰ ਕਰਦੇ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਸੰਦੀਪ ਕੌਰ ਮੋਗਾ ਜੀ। ਤੁਸੀਂ ਦੇਖੋ, ਆਪਣੀਆਂ ਭੈਣਾਂ ਬਹੁਤ ਵਿਦਵਾਨ ਨੇ। ਸੰਦੀਪ ਕੌਰ ਮੋਗਾ ਜੀ ਤਾਂ ਵੈਸੇ ਵੀ ਇੰਸਟੈਂਟ ਕਵਿਤਰੀ ਨੇ ਤੇ ਵਿਦਵਾਨ ਔਰਤ ਨੇ। ਸੋ ਅਸੀਂ ਤਾਂ ਇੰਨਾ ਹੀ ਕਹਾਂਗੇ ਕਿ ਹੇ ਰੱਬਾ, ਬਸ ਇਹ ਹੁਣ ਇੱਥੇ ਖਤਮ ਕਰ ਦੇ। ਕਿੰਨੀ ਦੇਰ ਇਹਨਾਂ ਸਫੇਦਪੋਸ਼ਾਂ ਦੇ ਖੇਲ ਚੱਲੀ ਜਾਣਗੇ? ਕਦੋਂ ਤੱਕ? ਮੈਂ ਉਹਨਾਂ ਦੇ ਸਵਾਲ ਦੇ ਅੱਗੇ ਸਵਾਲ ਕਰਦੀ ਹਾਂ, ਤੁਸੀਂ ਕੀ ਕਹਿੰਦੇ ਹੋ? ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ, ਆਪਣੇ 2 ਸ਼ਬਦਾਂ ਰਾਹੀਂ ਗੱਲ ਕਰੂੰਗੀ ਕਿ ਇਹ ਵਾਕਈ ਦਲਦਲ ਹੈ। ਚਾਹੇ ਜਿੰਨੇ ਮਰਜ਼ੀ ਸਫੇਦ ਪੁਸ਼ਾਕਾਂ ਪਾ ਕੇ ਉਹਦੇ ਵਿੱਚ ਗਿਰ ਜਾਓ, ਬਟ ਉਹ ਗੰਦਲੇ ਹੋ ਕੇ ਹੀ ਨਿਕਲਣਗੇ। ਬਿਲਕੁਲ ਸਹੀ ਹੈ। ਆਪਾਂ ਕੁਛ ਨਹੀਂ ਕਰ ਸਕਦੇ ਕਿ ਹਾਂ ਕਿ ਵੀ ਜਦੋਂ ਆਪਾਂ ਸੋਚਦੇ ਹਾਂ ਵੀ ਹਾਂ ਇਹ ਬੰਦਾ ਸਹੀ ਹੈ, ਇਹਨੂੰ ਆਪਾਂ ਇੱਕ ਜਿਤਾ ਕੇ ਇੱਕ ਕੁਰਸੀ ਤੇ ਬਿਠਾ ਦੇਣਾ ਤੇ ਉਹ ਸੱਤੇ 'ਚ ਆਉਂਦੇ ਸਾਰੀ ਬਹੁਤ ਕੁਝ ਕਰ ਦੇਣਾ। ਬਾਕੀ ਸਹੀ ਕਿਹਾ ਉਹਨਾਂ ਨੇ ਵੀ ਇੰਨੇ ਸਾਲ ਅੰਗਰੇਜ਼ ਰਾਜ ਕਰ ਚੁੱਕੇ ਹੈ ਇੱਥੇ, ਤੇ ਬਟ ਉਹ ਵੀ ਇੰਨਾ ਨਹੀਂ ਲੁੱਟ ਕੇ ਲੈ ਕੇ ਗਏ ਜਿੰਨਾ ਇਹਨਾਂ ਨੇ ਲੁੱਟ ਲਿਆ। ਤੇ ਹੁਣ ਇਹ ਆ ਕਿ ਅੱਖਾਂ ਖੋਲਣ ਦੀ ਲੋੜ ਹੈ, ਤੇ ਹੁਣ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ। ਆਪਾਂ ਨੂੰ ਰਿਜ਼ਲਟ ਦੱਸ ਤੇ ਭੈਣ ਸੰਦੀਪ, ਜੋ ਪਿੱਛੇ ਹੋ ਲਿਆ ਸੋ ਹੋ ਲਿਆ। ਸ਼ੁਰੂਆਤਾਂ ਆਪਾਂ ਹੀ ਕਰਨੀਆਂ ਨੇ। ਬਿਲਕੁਲ ਆਪਾਂ ਹੀ ਸਾਰਿਆਂ ਦੇ ਆਈਕਨ ਬਣਨਾ। ਕੱਲੇ ਇੱਕੋ ਇੱਕ ਬੰਦੇ ਨੇ, ਨਾ ਕਿ ਸਿਰਫ ਇੱਕ ਤੇ ਆਪਾਂ ਇੱਕ ਨੂੰ ਹੀ ਆਗੂ ਸਮਝ ਕੇ ਅੱਗੇ ਤੁਰੀਏ। ਹਰ ਕੋਈ ਆਪਣੇ ਆਪ ਨੂੰ ਜਦੋਂ ਤੱਕ ਆਗੂ ਸਮਝ ਕੇ ਅੱਗੇ ਨਹੀਂ ਤੁਰਦਾ, ਕੋਈ ਹੱਲ ਨਹੀਂ ਨਿਕਲਣ ਲੱਗਿਆ। ਕਿਉਂਕਿ ਜਦੋਂ ਤੁਸੀਂ ਇੱਕ ਪਰਸਨਲ ਲੈਵਲ ਤੇ, ਇੱਕ ਨਿੱਜੀ ਤੌਰ ਤੇ ਆਪਣੇ ਆਪ ਨੂੰ ਚੰਗੀ ਸੋਚ ਲੈ ਕੇ ਅੱਗੇ ਚੱਲੋਗੇ ਤਾਂ ਕੁਦਰਤੋਂ ਹੀ ਹੈ ਇੱਕ ਪਰਿਵਾਰ ਵਾਂਗੂ ਗੱਲ ਹੋ ਜਾਂਦੀ। ਜਦੋਂ ਹਰੇਕ ਕੋਈ ਆਪਣੇ ਆਪ ਨੂੰ ਆਗੂ, ਇੱਕ ਜ਼ਿੰਮੇਵਾਰੀ ਦਾ ਬੋਝ ਤੁਹਾਡੇ ਸਿਰ ਤੇ ਆ ਜਾਂਦਾ। ਤੇ ਤੁਸੀਂ ਹੁਣ ਇੱਕ ਦੇਸ਼ ਦਾ ਟੱਬਰ ਹੋ, ਹਰ ਇੱਕ ਬੰਦਾ ਆਗੂ ਬਣੋ, ਅੱਗੇ ਵਧੋ, ਤਾਂ ਕਿ ਇਹ ਜਿਹੜੇ ਸਫੇਦਪੋਸ਼ਾਂ, ਝੂਠੇ ਵਾਲੇ ਸਫੇਦਪੋਸ਼ਾਂ ਨੇ ਗੜਬੜਾਂ ਕੀਤੀਆਂ ਨੇ, ਹੈ ਨਾ,
ਉਹ ਠੀਕ ਹੋ ਜਾਣ ਤੇ ਬਿਲਕੁਲ। ਦੇਸ਼ ਆ ਜਿਹੜਾ ਸਵਰਗ ਬਣ ਜੇ। ਤੇ ਹੁਣ ਕੀ ਪਤਾ, ਆਪਾਂ ਆਪਾਂ ਨੂੰ ਕਿਹੜਾ ਪਤਾ ਵੀ ਮਰ ਕੇ ਸਵਰਗ ਨਰਕ ਕੀ ਆ। ਇਹੋ ਹੀ ਆ ਨਾ, ਕਿਉਂ ਨਾ ਜਿਉਂਦੇ ਜੀ ਆਪਾਂ ਇਸ ਸਵਰਗ ਨੂੰ ਦੇਖਦੇ ਜਾਈਏ। ਤੋ ਮੈਨੂੰ ਲੱਗਦਾ ਕਿ ਚਿੱਠੀਆਂ ਤਾਂ ਹੋਰ ਵੀ ਬਹੁਤ ਨੇ, ਪਰ ਮੈਨੂੰ ਲੱਗਦਾ ਹੈ ਕਿ ਹੁਣ ਵਕਤ ਖਤਮ ਹੋ ਗਿਆ, ਅਗਲੇ ਸ਼ੋਅ ਦਾ ਸਮਾਂ ਹੋ ਗਿਆ, ਆਪਾਂ ਇਜਾਜ਼ਤ ਚਾਹੀਏ। ਅਗਲੀ ਵਾਰੀ ਬਹੁਤ ਹੀ ਅੱਛੇ ਮੂਡ ਦੇ ਨਾਲ ਇਸੇ ਤਰ੍ਹਾਂ ਬਹੁਤ ਸੋਹਣੀਆਂ ਸੋਹਣੀਆਂ ਸਮੱਸਿਆਵਾਂ ਦੇ ਨਾਲ ਚਿੱਠੀਆਂ ਭੇਜੋ ਸਾਡੇ ਭੈਣੋ ਵੀਰੋ। ਤੇ ਦੂਸਰੀ ਗੱਲ, ਸਾਡੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੇ ਬਸ ਹੋਰ ਕੀ ਕਹਿਣਾ। ਤੇ ਆਸ ਪੜੋਸ ਸਭ ਨੂੰ ਕਹੋ ਕਿ ਭਾਈ ਆਓ ਰੰਗ FM ਤੇ ਚੱਲੀਏ, ਦੇਖੀਏ, ਸੁਣੀਏ, ਵਿਚਾਰੀਏ, ਉਹਨਾਂ ਦੇ ਵਿਸ਼ਲੇਸ਼ਣ ਕਰੀਏ ਤੇ ਉਹਨਾਂ ਦੇ ਸੁਧਾਰ ਕਰੀਏ। ਇੰਨਾ ਕਹਿੰਦੇ ਹੋਏ ਇਜਾਜ਼ਤ ਚਾਹੁੰਦੇ। ਰੰਗ 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 FM, ਰੰਗ 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 FM। ਚੁੱਪ ਨੂੰ ਵੀ ਹੁਣ ਬੋਲ ਮਿਲੇ ਨੇ, ਸੱਤੇ ਬੂਹੇ ਖੋਲ ਮਿਲੇ ਨੇ। ਹਰ ਚਾਨਣ ਦਾ ਜਾਇਆ ਉਹ ਜ਼ਿੰਦਗੀ ਸੰਗ ਬੋਲੂਗਾ, ਹੁਣ ਰੰਗ ਬੋਲੂਗਾ।